डॉक्टर सुरजीत सिंह जी मुखी पंजाबी विभाग, डॉक्टर राजेश जी मुखी अंग्रेज़ी विभाग, ते बाकी सारे अध्यापक, मेरे सारे मोहतबर कुलीग्स और विद्यार्थियों ते कविता नूं प्यार करन वाले समझण दी कोशिश विच लगे हुए सारे ही जग्यासू जिहड़े इत्थे बैठे हुए ने। पिछले 2 लैक्चर विच असीं लगभग थ्योरी दी पद्धर उत्ते कविता नूं समझण दी कोशिश कीती, जां मैं अपनी कविता नूं समझ के ਉਹਦੇ ਬਾਰੇ कुछ ਗੱਲਾਂ ਕਰਨ ਦੀ कोशिश ਕੀਤੀ। ਅੱਜ ਨਿਰੋਲ ਅਸੀਂ ਉਹਨਾਂ ਜਿਹੜੀ ਬਾਹਰਲਾ ਇੱਕ ਘੇਰਾ ਹੁੰਦਾ ਉੱਥੋਂ ਅੰਦਰ ਆ ਗਏ ਔਰ ਅੱਜ ਬਿਲਕੁਲ ਕਵਿਤਾ ਦੇ ਕੋਲ ਆ ਗਏ ਹਾਂ। ਔਰ ਜਿਹੜੀ ਮੇਰੀ ਗੱਲਬਾਤ ਦੇ ਅੰਦਰ ਪਿਛਲੇ 2 ਲੈਕਚਰ ਵਿੱਚ ਮੈਂ ਕਹੀ, ਅੱਜ ਉਹਦੇ ਅਸਲੀ ਇਮਤਿਹਾਨ ਦਾ ਵੇਲਾ ਹੈ ਕਿ ਮੈਂ ਆਪਣੀ ਕਵਿਤਾ ਦੇ ਵਿੱਚ ਉਹ ਗੱਲਾਂ ਨੂੰ ਸਮਝਦਾ ਜਾਂ ਲਿਖਦਾ ਜਾਂ ਨਹੀਂ, ਕਿਉਂਕਿ ਕਿਹਾ ਜਾਂਦਾ ਕਿ ਕਵੀ ਦੇ ਜਿਹੜੇ ਅਸਲੀ ਬਿਆਨ ਹੁੰਦੇ ਨੇ ਉਹ ਉਹਦੀ ਕਵਿਤਾ ਵਿੱਚ ਦਰਜ ਹੁੰਦੇ ਆ, ਜਿਹੜੇ ਸਭ ਤੋਂ ਇਮਾਨਦਾਰ, ਸੱਚੇ ਅਤੇ ਪ੍ਰਮਾਣਿਕ ਬਿਆਨ ਹੁੰਦੇ ਆ। ਸੋ ਇਹ ਕੁਛ ਜਿਹੜੀਆਂ ਗਜ਼ਲਾਂ ਨੇ ਅੱਜ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ। ਪਰ ਮੈਨੂੰ ਹਮੇਸ਼ਾ ਹੀ ਜਿੱਥੋਂ ਵੀ ਕਿਸੇ ਵਿਦਿਅਕ ਸੰਸਥਾ ਦੇ ਅੰਦਰ ਕਵਿਤਾ ਪਾਠ ਲਈ ਜਾਣਾ ਹੁੰਦਾ, ਹਾਲਾਂਕਿ ਬਹੁਤ ਹੁਣ ਵਾਰ ਚਲੇ ਗਏ ਇਸ ਤਰ੍ਹਾਂ, ਉੱਥੇ ਇੱਕ ਜੋਖਮ, ਮੈਨੂੰ ਇੱਕ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਅਤੇ ਇੱਕ ਮੈਨੂੰ ਕਵੀ ਯਾਦ ਆਉਂਦਾ ਪੰਜਾਬੀ ਦਾ ਪੁਰਾਣਾ, ਕਿ ਉਹ ਚੰਡੀਗੜ੍ਹ ਦੇ ਕਿਸੇ ਆਡੀਟੋਰੀਅਮ ਦੇ ਅੰਦਰ ਉਹ ਕਵੀ ਆਪਣੀ ਕਵਿਤਾ ਪੜ੍ਹ ਰਿਹਾ ਸੀ ਅਤੇ ਤਰੰਨਮ ਵਿੱਚ ਉਹਨੇ ਕਿਹਾ ਕਿ ਮੇਰੀ ਜਿੰਦ ਤਿਹਾਈ ਵੇ ਸੱਜਣਾ, ਮੇਰੀ ਜਿੰਦ ਤਿਹਾਈ, ਜੋ ਵੀ ਸਾਡੇ ਹਿੱਸੇ ਆਈ ਉਹੀਓ ਬੂੰਦ ਭਰਾਈ। ਅਤੇ ਜਦੋਂ ਉਹਨਾਂ ਨੇ ਤਰੰਨਮ ਵਿੱਚ 4-5 ਵਾਰ ਇਸ ਸਤਰ ਨੂੰ ਦੁਹਰਾਇਆ ਆਪਣੇ ਉਹਦੇ ਅੰਦਰ, ਤਾਂ ਪਿੱਛੋਂ ਬਹੁਤ ਇੱਕ ਬਾਰੀਕ ਕਿਸੇ ਕੁੜੀ ਦੀ ਆਵਾਜ਼ ਆਈ, ਹਾਏ ਨਹੀਂ ਵਿਚਾਰਾ ਥਰਸਟੀ ਕਰੋ। ਤੋ ਔਰ ਇੱਥੇ ਮੈਨੂੰ ਪਤਾ ਹੈ ਕਿ ਸੁਰਜੀਤ ਵਰਗੇ ਅਤੇ ਹੋਰ ਸਾਰੇ ਡਾਕਟਰ ਰਾਜੇਸ਼ ਜੀ ਵਰਗੇ ਅਧਿਆਪਕ ਹੈ, ਅਤੇ ਜ਼ਰੂਰ ਉਹਨਾਂ ਦੇ ਵਿਦਿਆਰਥੀ ਵੀ ਉਨੇ ਹੀ ਜ਼ਹੀਨ ਹੋਣਗੇ। ਹਾਲਾਂਕਿ ਇਹਦੇ ਨਾਲ ਜਿਹੜੀ ਜੁੜੀ ਹੋਈ ਦੂਜੀ ਗੱਲ ਹੈ ਕਿ ਜਿਹੜਾ ਪੜ੍ਹਨ ਵਾਲਾ ਹੁੰਦਾ ਉਹਦਾ ਆਪਣਾ ਇੱਕ ਨਜ਼ਰੀਆ ਹੁੰਦਾ ਹੈ ਕਵਿਤਾ ਨੂੰ ਦੇਖਣ ਦਾ, ਕਿਸ ਦ੍ਰਿਸ਼ਟੀਕੋਣ ਤੋਂ ਦੇਖਦਾ ਹੈ। ਔਰ ਜਿਵੇਂ ਅਸੀਂ ਕਾਵਿ ਸ਼ਾਸਤਰ ਦੀ ਭਾਸ਼ਾ 'ਚ ਕਹਿੰਦੇ ਹਾਂ ਕਿ ਇੱਕ ਕਵੀ ਦਾ ਸੱਚ ਹੁੰਦਾ, ਇੱਕ ਪਾਠਕ ਦਾ ਸੱਚ ਹੁੰਦਾ, ਅਤੇ ਅਸਲ ਕਵਿਤਾ ਦੇ ਅਰਥ ਉਹਨਾਂ ਦੋਨਾਂ ਸੱਚਾਂ ਨੂੰ ਮਿਲਾ ਕੇ ਬਣਦੇ ਆ। ਇਹਦੀ ਇੱਕ ਮੈਨੂੰ ਹੋਰ ਵੀ ਉਦਾਹਰਨ ਚੇਤੇ ਆਉਂਦੀ ਕਿ ਇੱਕ ਵਾਰੀ ਜਦੋਂ ਮੈਂ ਨੌਕਰੀ ਲੈਣੀ ਸੀ ਅਤੇ ਪਹਿਲੀ ਕੋਈ ਸ਼ਾਇਦ ਮੇਰੀ ਇੰਟਰਵਿਊ ਸੀ ਬੇਰਿੰਗ ਕਾਲਜ ਬਟਾਲਾ ਦੇ ਅੰਦਰ, ਤਾਂ ਉੱਥੇ ਕੋਈ ਮੇਰੇ ਖਿਆਲ ਡਾਕਟਰ ਸਤਿੰਦਰ ਸਿੰਘ ਆਏ ਹੋਏ ਸੀ ਇੰਟਰਵਿਊ ਲੈਣ, ਅਤੇ ਉਹ ਮੈਨੂੰ ਕਹਿੰਦੇ ਵੀ ਤੈਨੂੰ ਸਵਾਲ ਤਾਂ ਕੀ ਪੁੱਛਣੇ, ਚੱਲ ਤੂੰ ਕੋਈ ਗਜ਼ਲ ਸੁਣਾ। ਅਤੇ ਮੈਂ ਤਾਜ਼ੀ ਉਹ ਗਜ਼ਲ ਡਾਕਟਰ ਸਾਹਿਬ ਉਦੋਂ ਲਿਖੀ ਸੀ, ਔੜ ਇੱਦਾਂ ਹੀ ਜੇਕਰ ਇਹ ਜਾਰੀ ਰਹੀ, ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ, ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦਾ ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ। ਉਹ ਮੈਂ ਜਿਹੜੀ ਗਜ਼ਲ ਲਿਖੀ ਤਾਂ ਉਹਦੀ ਬੈਕਗਰਾਊਂਡ ਤਾਂ ਉਹੀ ਪੰਜਾਬ ਅਤੇ ਹਰਿਆਣੇ ਦੇ ਪਾਣੀਆਂ ਦੇ ਝਗੜੇ ਦੇ ਬੈਕਗਰਾਊਂਡ ਦੇ ਵਿੱਚ ਹੀ ਲਿਖੀ ਸੀ। ਮੈਂ ਪਿਛਲੇ ਲੈਕਚਰ ਦੇ ਵਿੱਚ ਉਹਦੀ ਵਜ਼ਾਹਤ ਵੀ ਕੀਤੀ ਕਿ ਉਹ ਗਜ਼ਲ ਕਿਸ ਤਰ੍ਹਾਂ ਬਣੀ। ਪਰ ਉਸ ਕਾਲਜ ਦੇ ਪ੍ਰਿੰਸੀਪਲ ਨੇ ਇਸ ਗਜ਼ਲ ਨੂੰ ਸੁਣਦਿਆਂ ਹੋਇਆਂ ਕਿਹਾ ਕਿ ਇਹ ਤਾਂ ਤੁਸੀਂ ਬਹੁਤ ਹੀ ਕਮਾਲ ਕਰ ਦਿੱਤਾ, ਪੰਜਾਬ ਅਤੇ ਹਰਿਆਣੇ ਦੇ ਨਦੀਆਂ ਦੇ ਪਾਣੀਆਂ ਨੂੰ ਤੁਸੀਂ ਜਿਸ ਢੰਗ ਨਾਲ ਐਡਰੈਸ ਕੀਤਾ, ਇਹ ਬਹੁਤ ਕਮਾਲ ਹੈ। ਹੁਣ ਇਹ ਗੱਲ ਬਿਲਕੁਲ ਮੇਰੇ ਚੇਤੇ ਨਹੀਂ ਸੀ ਕਿ ਉਹਦੇ 'ਚ ਜਿਹੜੇ ਨੈਣਾਂ ਦੇ ਪਾਣੀ ਸੀ ਜਾਂ ਨਦੀਆਂ ਸੀ, ਇਹ ਅਸਲ ਵਿੱਚ ਸੰਕੇਤਕ ਤੌਰ 'ਤੇ ਸੰਵੇਦਨਾ ਦੇ ਪਾਣੀ ਮੈਂ ਆਪਣੀ ਗਜ਼ਲ ਵਿੱਚ ਲੈ ਰਿਹਾ ਸੀ। ਇਹ ਪੰਜਾਬ ਅਤੇ ਹਰਿਆਣੇ ਦੇ SYL ਦਾ ਬਿਲਕੁਲ ਵੀ ਮਸਲਾ ਨਹੀਂ ਸੀ। ਪਰ ਉਸ ਪ੍ਰਿੰਸੀਪਲ ਨੇ ਉਸ ਦੇ ਇਹ ਅਰਥ ਵੀ ਕੱਢੇ ਅਤੇ ਉਹ ਵੀ ਬਿਲਕੁਲ ਠੀਕ ਸੀ ਉਹਨਾਂ ਦੀ ਥਾਂ 'ਤੇ, ਬਹੁਤ ਉਹ ਇੱਕ ਤਰ੍ਹਾਂ ਦੇ ਤਕਨੀਕੀ ਅਰਥ ਸੀ। ਅਤੇ ਉਸ ਕਾਲਜ ਵਿੱਚ ਨੌਕਰੀ ਤਾਂ ਮੈਨੂੰ ਨਹੀਂ ਉਹਨਾਂ ਨੇ ਰੱਖਿਆ, ਪਰ ਮੈਂ ਉੱਥੋਂ ਇੱਕ ਨਵੇਂ ਅਰਥ ਆਪਣੀ ਕਵਿਤਾ ਦੇ ਜ਼ਰੂਰ ਲੈ ਕੇ ਆ ਗਿਆ। ਤਾਂ ਇਸ ਤਰ੍ਹਾਂ ਜਿਹੜਾ ਪੜ੍ਹਨ ਵਾਲੇ ਦਾ ਹੁੰਗਾਰਾ ਹੁੰਦਾ ਉਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਮਹੱਤਵਪੂਰਨ ਹੁੰਦਾ। ਮੈਨੂੰ ਹੋਰ ਇੱਕ ਵਾਰੀ ਯਾਦ ਆਉਂਦੀ ਹੈ ਕਿ ਮੈਂ ਮੇਰੀ ਦੀ ਕਿਤਾਬ ਦੇ ਅੰਦਰ ਗਜ਼ਲ ਹੈ, ਉਹਦੇ ਵਿੱਚ ਇੱਕ ਸ਼ੇਰ ਆਉਂਦਾ ਕਿ ਕਿਹੜੇ ਦਿਨਾਂ ਵਿੱਚ ਪੈਣਗੇ ਫੁੱਲ ਉਸ ਚਨਾਰ ਨੂੰ ਜਿਸ ਨੂੰ ਜਲਾ ਕੇ ਲੰਘਿਆ ਮੌਸਮ ਬਹਾਰ ਦਾ। ਅਤੇ ਇੱਕ ਦਿਨ ਮੈਨੂੰ ਸ਼ਾਮ ਜੇ ਕਿਸੇ ਸੱਜਣ ਦਾ ਫੋਨ ਆਇਆ, ਕਹਿੰਦੇ ਤੁਸੀਂ ਇਸ ਤਰ੍ਹਾਂ ਲਿਖਿਆ ਚਨਾਰ ਦੇ ਫੁੱਲ, ਅਤੇ ਚਨਾਰ ਦੇ ਫੁੱਲ ਨੂੰ, ਚਨਾਰ ਦੇ ਦਰਖਤ ਨੂੰ ਫੁੱਲ ਵੀ ਲੱਗਦੇ ਹੁੰਦੇ ਆ। ਮੈਂ ਕਿਹਾ ਵੀ ਇਹ ਤਾਂ ਮੈਨੂੰ ਪੱਕਾ ਨਹੀਂ ਪਤਾ, ਮੈਂ ਦੇਖਿਆ ਨਹੀਂ, ਪਰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਜੇ ਹੋਣਾ ਚਾਹੀਦਾ। ਅਤੇ ਇਸ ਤਰ੍ਹਾਂ ਮਤਲਬ ਕਵੀ ਆਪਣਾ ਇੱਕ ਸੱਚ ਵੀ ਬਣਾਉਂਦਾ ਜਿਹੜਾ ਬਹੁਤ ਵਾਰੀ ਅਸਲ ਰਿਐਲਿਟੀ ਤੋਂ ਕਿਤੇ ਦੂਰ ਹੁੰਦਾ, ਕਈ ਵਾਰੀ ਉਹ ਫਿਰ ਝੂਠ ਵੀ ਹੁੰਦਾ, ਪਰ ਕਵਿਤਾ ਵਿੱਚ ਆ ਕੇ ਉਹ ਫਿਰ
इस तरह सच्चा हो जाता उस शब्दों की दुनिया के अंदर आके। तो इन्नियां क गल्लां नाल आपां हुण गज़लां शुरू करते हैं कि एक गज़ल सी जिहड़ी इस तरह ही गज़ल की बनतर बारे सी कि किसे गहरी उदासी नाल मन भरदा है तल तीकर, किसे गहरी उदासी नाल मन भरदा है तल तीकर, अदिसदा वेग लै आउंदा है फिर मैनू गज़ल तीकर। और ये एक शेर सी कि मेरी आवाज़ तो अगे भी एक विस्तार है मेरा, मैं चाहां भी तो सारा आ नहीं सकता गज़ल तीकर। तो इस तरह एक कविता की जिहड़ी संभावना भी है और कविता की एक सीमा भी ये कवि समय समय अपनी कविता बारे जां होर सारी कविता के प्रोसैस बारे विच किते ना किते टिप्पणी करता रहिंदा। एक होर शेर सी, मैं पूरी गज़ल भी शायद पढ़ा, वो शेर सी कि कुछ थावां ते लिखदे होया मैं भी सच तो डरिया, कुछ थावां ते लिखदे होया मैं भी सच तो डरिया, कुछ थावां ते लफ्ज़ां नूं भी कह सकना ना आया। तो इस तरह एक भाषा ने भी गल कहनी हुंदी है, एक कवि ने गल कहनी हुंदी है, वो अंदर किते ना किते फिर जिथे वापरदा है कुछ ना कुछ एक विथ रह जाती है, उत्थे फिर कविता कमज़ोर पै जाती है। और यवतु शंकु की असीं पिछले दिनों भी गल की, उन्होंने एक बड़ी खूबसूरत गल कही कि चंगा हुंदा जे मैं कवि होण दी थां ते फुटबाल का खिडारी हुंदा, क्योंकि उत्थे सब नूं पता लगदा कि मैं जदों गोल कर दिता, रैफरी नूं भी पता लगदा, मैनूं भी पता लगदा, दर्शकां नूं भी पता लगदा। पर कविता की दुनिया में ये बहुत सबजैक्टिविटी और ऑबजैक्टिविटी वाला एक द्वंद बन जाता कि कई बारी तुसीं बहुत कमज़ोर लाइन लिखते हो, तुसीं एक तरह फुटबाल नूं हत्थ नाल टच कर दिंदे हो तो रैफरी नूं नज़र नहीं आता, तो लोग कहते क्या गोल होया, बहुत ही शानदार। किते कवि नूं लगदा कि मैं बहुत वधिया सतर जां मैं शब्द इत्थे जां एक रूपक बना दिता, पढ़न वाले नूं पता नहीं लगता कुछ नहीं होया। तो इस करके कविता विच ये जिहड़ा दूजी थां ते खड़ के जां अपने अंदर खड़ के वेखण दा भी एक जोखम हमेशा बनिया रहिंदा। पर ये सारा कुछ खूबसूरत है, इस जोखम के अंदर ही कविता के अर्थां दे वड्डे होण दी संभावना पई हुई हुंदी है। सो अगली गज़ल के कितों आवाज़ सुनदी है जिवें चानण बुलाउंदा है, कितों आवाज़ सुनदी है जिवें चानण बुलाउंदा है, कोई मध्यम जिहा सूरज मेरी नींदर च आउंदा है। कितों आवाज़ सुनदी है जिवें चानण बुलाउंदा है, कोई मध्यम जिहा सूरज मेरी नींदर च आउंदा है। और हर एक बंदे दे अंदर दो जने तकरार करते ने, हर एक बंदे दे अंदर दो जने तकरार करते ने, जे एक दीवार बनता है तो एक बूहे बनाउंदा है। हर एक बंदे दे अंदर दो जने तकरार करते ने, जे एक दीवार बनता है तो एक बूहे बनाउंदा है। रुड़ी बेड़ी दा एक मांझी चढ़े दरिया दे कंढे ते, रुड़ी बेड़ी दा एक मांझी चढ़े दरिया दे कंढे ते, खफा पानी च अपने बाल नूं तरना सिखाउंदा है। रुड़ी बेड़ी दा एक मांझी चढ़े दरिया दे कंढे ते, खफा पानी च अपने बाल नूं तरना सिखाउंदा है। और तेरे कारण ही पत्थर बोलदे ते गाउंदियां नदियां, तेरे कारण ही पत्थर बोलदे ते गाउंदियां नदियां, पिघलदी बर्फ दा शीशा हमेशा झिलमिल आउंदा है। और नदी एक याद आउंदी है तो वह उठदा है रातां नूं, नदी एक याद आउंदी है तो वह उठदा है रातां नूं, सिरहाणे रखे पानी दी सुराही डोल आउंदा है। नदी एक याद आउंदी है तो वह उठदा है रातां नूं, सिरहाणे रखे पानी दी सुराही डोल आउंदा है। और तसल्ली है कि सारा कुछ अजे पत्थर नहीं होया, तसल्ली है कि सारा कुछ अजे पत्थर नहीं होया, अजे भी कुछ किते जिंदा धड़कदा छटपटाउंदा है। कोई मध्यम जिहा सूरज मेरी नींदर च आउंदा है। कुछ गज़लां मैं पुरानियां मुकाबलतन पढ़ांगा तो कुछ नवियां भी अखीर विच जिहड़ियां इस किताब तो बाहरलियां वो गज़लां मैं सांझियां करांगा। और
ਇੱਕ ਹੋਰ ਗਜ਼ਲ ਕੇ ਹੋਰਾਂ ਵਾਂਗੂ ਹਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ। ਹੋਰਾਂ ਵਾਂਗੂ ਹਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ। ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਹੋਰਾਂ ਵਾਂਗੂ ਹਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ। ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ। ਬਹੁਤ ਵਾਰੀ ਤੁਸੀਂ ਆਪਣੀ ਕਵਿਤਾ ਨੂੰ ਲਿਖ ਕੇ ਜਦੋਂ ਦੁਬਾਰਾ ਕਿਤੇ ਪੜ੍ਹਦੇ ਹੋ ਜਾਂ ਕੋਈ ਨਵਾਂ ਇੱਕ ਤੁਹਾਡੇ ਅੰਦਰ ਕੋਣ ਪੈਦਾ ਹੁੰਦਾ ਤਾਂ ਇਸ ਤਰ੍ਹਾਂ ਜਿਵੇਂ ਮੈਂ ਕਿਹਾ ਸੀ ਕਿ ਪਾਠਕ ਵੀ ਇੱਕ ਤਰੀਕੇ ਨਾਲ ਆਪਣੀ ਉਸ ਪੜ੍ਹੀ ਹੋਈ ਕਵਿਤਾ ਨੂੰ ਇੱਕ ਟੈਕਸਟ ਬਣਾ ਕੇ ਲਿਖਦਾ ਕਵੀ ਦੇ ਬੁੱਕ ਉਹਦੇ ਸਮਾਂਤਰੀ। ਇਸ ਤਰ੍ਹਾਂ ਤੁਸੀਂ ਕਈ ਵਾਰੀ ਦੇਖਦੇ ਹੋ, ਜਿਵੇਂ ਮੈਂ ਹੁਣ ਲਫ਼ਜ਼ ਇਹਦੇ 'ਚ ਅੰਨੀ ਭੀੜ ਵਰਤਿਆ, ਮੈਨੂੰ ਲੱਗਿਆ ਵੀ ਇਹ ਜਿਹੜਾ ਅੰਨਾ ਲਫ਼ਜ਼ ਬਹੁਤ ਇੱਕ ਹਿੰਸਾਤਮਕ ਸ਼ਬਦ ਹੈ। ਇਹ ਮਤਲਬ ਮੈਨੂੰ ਤਾਂ ਨਹੀਂ ਇਹਦਾ ਮਰਮ ਪਹੁੰਚਿਆ ਲਿਖਣ ਵੇਲੇ, ਸ਼ਾਇਦ ਪੜ੍ਹਦੇ ਵੇਲੇ ਪਹੁੰਚ ਗਿਆ, ਪਰ ਜਿਹੜੇ ਸੱਚਮੁੱਚ ਲੋਕ ਅੱਖਾਂ ਤੋਂ ਨਹੀਂ ਦੇਖ ਸਕਦੇ ਉਹਨਾਂ ਲਈ ਇਸ ਤਰ੍ਹਾਂ ਦਾ ਲਫ਼ਜ਼ ਆ ਜਾਣਾ ਇਹ ਬੁਰੀ ਗੱਲ ਹੈ ਕਵਿਤਾ ਦੇ ਵਿੱਚ। ਇਹ ਇੱਕ ਇਹੋ ਜਿਹੇ ਸੰਕੋਚ ਹੋਣੇ ਚਾਹੀਦੇ ਜਾਂ ਕਵੀ ਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ, ਪਰ ਇਹ ਹੁਣ ਕਿਉਂਕਿ ਕਵਿਤਾ ਲਿਖੀ ਜਾ ਚੁੱਕੀ ਹੈ ਤਾਂ ਇਸ ਤਰੀਕੇ ਨਾਲ। ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ, ਖੜ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ। ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ, ਖੜ ਕੇ ਸਭ ਨੂੰ ਰਾਹ ਦੇਣਾ ਸੀ, ਬਚ ਕੇ ਰਸਤਾ ਵੀ ਲੈਣਾ ਸੀ। ਔਰ ਘਰ ਦੇ ਘੜਿਆਂ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ। ਘਰ ਦੇ ਘੜਿਆਂ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ, ਮੈਨੂੰ ਨਦੀਆਂ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ। ਘਰ ਦੇ ਘੜਿਆਂ ਅੰਦਰ ਪੈ ਕੇ ਸਿਆਣਾ ਪਾਣੀ ਸੋਚੇ ਅਕਸਰ, ਮੈਨੂੰ ਨਦੀਆਂ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ। ਔਰ ਮੇਰੀ ਖਾਤਰ ਰੇਤ ਰੁਪਈਏ ਪੱਥਰ ਚੀਜ਼ਾਂ ਢੇਰ ਬੜੇ ਸਨ। ਮੇਰੀ ਖਾਤਰ ਰੇਤ ਰੁਪਈਏ ਪੱਥਰ ਚੀਜ਼ਾਂ ਢੇਰ ਬੜੇ ਸਨ, ਪਰ ਮੈਂ ਥੋੜ੍ਹੀ ਛਾਂ ਲੱਭਦਾ ਸਾਂ, ਚੂਲੀ ਪਾਣੀ ਹੀ ਲੈਣਾ ਸੀ। ਮੇਰੀ ਖਾਤਰ ਰੇਤ ਰੁਪਈਏ ਪੱਥਰ ਚੀਜ਼ਾਂ ਢੇਰ ਬੜੇ ਸਨ, ਪਰ ਮੈਂ ਥੋੜ੍ਹੀ ਛਾਂ ਲੱਭਦਾ ਸਾਂ, ਚੂਲੀ ਪਾਣੀ ਹੀ ਲੈਣਾ ਸੀ। ਔਰ ਇਸ ਗਜ਼ਲ ਦਾ ਆਖਰੀ ਸ਼ੇਰ ਕਿ ਜੇ ਰੂਹ ਦੇ ਲੰਗਾਰ ਨਾ ਲੈਂਦੇ, ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ। ਜੇ ਰੂਹ ਦੇ ਲੰਗਾਰ ਨਾ ਲੈਂਦੇ, ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ। ਜੇ ਕੱਲਾ ਦਾਮਨ ਹੀ ਫਟਦਾ, ਅੰਦਰ ਵੜ ਕੇ ਸੀ ਲੈਣਾ ਸੀ। ਜੇ ਰੂਹ ਦੇ ਲੰਗਾਰ ਨਾ ਲੈਂਦੇ, ਚੁੱਪ ਹੀ ਰਹਿੰਦੇ ਕੁਝ ਨਾ ਕਹਿੰਦੇ। ਜੇ ਕੱਲਾ ਦਾਮਨ ਹੀ ਫਟਦਾ, ਅੰਦਰ ਵੜ ਕੇ ਸੀ ਲੈਣਾ ਸੀ। ਹੋਰਾਂ ਵਾਂਗੂ ਹਨੇਰਾ ਢੋਂਦੇ ਰਾਤ ਬਰਾਤੇ ਜੀ ਲੈਣਾ ਸੀ। ਦਿਲ ਨੂੰ ਜੇਕਰ ਅੱਗ ਨਾ ਲੱਗਦੀ ਮੈਂ ਚਾਨਣ ਤੋਂ ਕੀ ਲੈਣਾ ਸੀ। ਇਸ ਗਜ਼ਲ ਨੂੰ ਪੜ੍ਹਦਿਆਂ ਹੋਇਆਂ ਮੇਰੇ ਸਮਕਾਲੀ ਦੋਸਤ ਜਸਵੰਤ ਜ਼ਫਰ ਹੋਰਾਂ ਨੇ ਇੱਕ ਦਿਨ ਮੈਨੂੰ ਫੋਨ ਕੀਤਾ ਕਿ ਇਹ ਜਿਹੜਾ ਤੁਸੀਂ ਲਿਖਿਆ ਹੋਰਾਂ ਵਾਂਗੂ ਹਨੇਰਾ ਢੋਂਦੇ, ਇਹਦਾ ਮਤਲਬ ਬਾਕੀ ਤਾਂ ਫਿਰ ਤੁਸੀਂ ਸਾਨੂੰ ਤਾਂ ਹੋਰਾਂ 'ਚ ਹੀ ਸਮਝਦੇ ਹੋ, ਹੈ ਨਾ, ਤੁਹਾਡੇ ਕੋਲ ਹੀ ਇਹ ਸਾਰਾ ਵਿਜ਼ਨ ਤਾਂ ਹੈ। ਅਤੇ ਇਉਂ ਜਿਹੜੀ ਕਵਿਤਾ ਦੀ ਇੱਕ ਟਿੱਪਣੀ ਵੀ ਨਾਲ ਨਾਲ ਚੱਲਦੀ ਰਹਿੰਦੀ ਔਰ ਸੋਹਣੀ ਹੁੰਦੀ ਹੈ। ਅਗਲੀ ਗਜ਼ਲ ਪੜ੍ਹਦੇ ਹਾਂ ਕਿ ਘਰਾਂ ਨੇ ਕੀ ਲਿਆ ਇੱਦਾਂ ਮੁਸਾਫਰ ਹੋਣ ਨਾ ਦਿੱਤਾ। ਘਰਾਂ ਨੇ ਕੀ ਲਿਆ ਇੱਦਾਂ ਮੁਸਾਫਰ ਹੋਣ ਨਾ ਦਿੱਤਾ, ਰਹੇ ਨਿੱਕੇ ਜਿਹੇ ਜੇਤੂ ਸਿਕੰਦਰ ਹੋਣ ਨਾ ਦਿੱਤਾ। ਘਰਾਂ ਨੇ ਕੀ ਲਿਆ ਇੱਦਾਂ ਮੁਸਾਫਰ ਹੋਣ ਨਾ ਦਿੱਤਾ, ਰਹੇ ਨਿੱਕੇ ਜਿਹੇ ਜੇਤੂ ਸਿਕੰਦਰ ਹੋਣ ਨਾ ਦਿੱਤਾ। ਔਰ ਕਿਸੇ ਵਸਦੇ ਮੁਹੱਲੇ ਵਿੱਚ ਬੁਰਾ ਹੈ ਮਕਬਰਾ ਹੋਣਾ, ਕਿਸੇ ਵਸਦੇ ਮੁਹੱਲੇ ਵਿੱਚ ਬੁਰਾ ਹੈ ਮਕਬਰਾ ਹੋਣਾ, ਵਸੇਬੇ ਦੀ ਇਸੇ ਬੰਦਿਸ਼ ਨੇ ਖੰਡਰ ਹੋਣ ਨਾ ਦਿੱਤਾ। ਕਿਸੇ ਵਸਦੇ ਮੁਹੱਲੇ ਵਿੱਚ ਬੁਰਾ ਹੈ ਮਕਬਰਾ ਹੋਣਾ, ਵਸੇਬੇ ਦੀ ਇਸੇ ਬੰਦਿਸ਼ ਨੇ ਖੰਡਰ ਹੋਣ ਨਾ ਦਿੱਤਾ। ਔਰ ਬੜਾ ਲਿਖਿਆ ਮੈਂ ਤੈਥੋਂ ਦੂਰੀਆਂ ਦੇ ਦਰਦ ਨੂੰ ਮੁੜ ਮੁੜ, ਬੜਾ ਲਿਖਿਆ ਮੈਂ ਤੈਥੋਂ ਦੂਰੀਆਂ ਦੇ ਦਰਦ ਨੂੰ ਮੁੜ ਮੁੜ, ਕਿਤੇ ਜੋ ਨੇੜਤਾ ਸੀ ਉਸ ਨੂੰ ਅੱਖਰ ਹੋਣ ਨਾ ਦਿੱਤਾ। ਬੜਾ ਲਿਖਿਆ ਮੈਂ ਤੈਥੋਂ ਦੂਰੀਆਂ ਦੇ ਦਰਦ ਨੂੰ ਮੁੜ ਮੁੜ, ਕਿਤੇ ਜੋ ਨੇੜਤਾ ਸੀ ਉਸ ਨੂੰ
ਅੱਖਰ ਹੋਣ ਨਾ ਦਿੱਤਾ, ਔਰ ਹਮੇਸ਼ਾ ਮੇਰੀਆਂ ਪੈੜਾਂ ਤੋਂ ਰਸਤਾ ਵੇਖਿਆ ਉਸਨੇ। ਹਮੇਸ਼ਾ ਮੇਰੀਆਂ ਪੈੜਾਂ ਤੋਂ ਰਸਤਾ ਵੇਖਿਆ ਉਸਨੇ, ਮੈਂ ਉਸਦੇ ਨਾਲ ਤਾਂ ਤੁਰਿਆ, ਬਰਾਬਰ ਹੋਣ ਨਾ ਦਿੱਤਾ। ਹਮੇਸ਼ਾ ਮੇਰੀਆਂ ਪੈੜਾਂ ਤੋਂ ਰਸਤਾ ਵੇਖਿਆ ਉਸਨੇ, ਮੈਂ ਉਸਦੇ ਨਾਲ ਤਾਂ ਤੁਰਿਆ, ਬਰਾਬਰ ਹੋਣ ਨਾ ਦਿੱਤਾ। ਨਹੀਂ ਜੇ ਦਾਗ ਮੇਰੇ ਤੇ ਤਾਂ ਇਸ ਦੀ ਇੱਕ ਵਜ੍ਹਾ ਵੀ ਹੈ। ਨਹੀਂ ਜੇ ਦਾਗ ਮੇਰੇ ਤੇ ਤਾਂ ਇਸ ਦੀ ਇੱਕ ਵਜ੍ਹਾ ਵੀ ਹੈ। ਮੈਂ ਆਪਣੇ ਆਪ ਨੂੰ ਇੱਕ ਛਿਣ ਵੀ ਚਾਦਰ ਹੋਣ ਨਾ ਦਿੱਤਾ। ਨਹੀਂ ਜੇ ਦਾਗ ਮੇਰੇ ਤੇ ਤਾਂ ਇਸ ਦੀ ਇੱਕ ਵਜ੍ਹਾ ਵੀ ਹੈ। ਮੈਂ ਆਪਣੇ ਆਪ ਨੂੰ ਇੱਕ ਛਿਣ ਵੀ ਚਾਦਰ ਹੋਣ ਨਾ ਦਿੱਤਾ। ਔਰ ਕਿਤੇ ਅਗਲੇ ਦਿਨਾਂ ਦੇ ਬੀਜ ਸਾਹ ਲੈਂਦੇ ਸੀ ਉਸ ਅੰਦਰ। ਕਿਤੇ ਅਗਲੇ ਦਿਨਾਂ ਦੇ ਬੀਜ ਸਾਹ ਲੈਂਦੇ ਸੀ ਉਸ ਅੰਦਰ। ਇਸੇ ਵਿਸ਼ਵਾਸ ਨੇ ਮਿੱਟੀ ਨੂੰ ਪੱਥਰ ਹੋਣ ਨਾ ਦਿੱਤਾ। ਕਿਤੇ ਅਗਲੇ ਦਿਨਾਂ ਦੇ ਬੀਜ ਸਾਹ ਲੈਂਦੇ ਸੀ ਉਸ ਅੰਦਰ। ਇਸੇ ਵਿਸ਼ਵਾਸ ਨੇ ਮਿੱਟੀ ਨੂੰ ਪੱਥਰ ਹੋਣ ਨਾ ਦਿੱਤਾ। ਔਰ ਮੇਰਾ ਖਿਆਲ ਮੈਂ ਲਗਾਤਾਰ ਹੀ ਪੜ੍ਹਦਾ, ਮੈਂ 12-15 ਚੀਜ਼ਾਂ ਨੋਟ ਕਰਕੇ ਲਿਆਇਆ ਸੀ, ਅਤੇ ਜਿੱਥੇ ਵੀ ਆਪਣਾ ਸਬਰ ਟੁੱਟ ਗਿਆ ਤੁਹਾਡਾ ਜਾਂ ਮੇਰਾ, ਉੱਥੇ ਆਪਾਂ ਇਹਨੂੰ ਬੰਦ ਕਰ ਲਵਾਂਗੇ। ਕਿ ਜ਼ਾਬਤਿਆਂ ਦੀ ਇਹ ਗਲਵੱਕੜੀ ਖੋਲ੍ਹਣ ਨੂੰ ਦਿਲ ਕਰਦਾ ਹੈ। ਜ਼ਾਬਤਿਆਂ ਦੀ ਇਹ ਗਲਵੱਕੜੀ ਖੋਲ੍ਹਣ ਨੂੰ ਦਿਲ ਕਰਦਾ ਹੈ। ਥਿਰ ਹੋ ਚੱਲੀ ਕਾਇਆ ਦਾ ਫਿਰ ਡੋਲਣ ਨੂੰ ਦਿਲ ਕਰਦਾ ਹੈ। ਜ਼ਾਬਤਿਆਂ ਦੀ ਇਹ ਗਲਵੱਕੜੀ ਖੋਲ੍ਹਣ ਨੂੰ ਦਿਲ ਕਰਦਾ ਹੈ। ਥਿਰ ਹੋ ਚੱਲੀ ਕਾਇਆ ਦਾ ਫਿਰ ਡੋਲਣ ਨੂੰ ਦਿਲ ਕਰਦਾ ਹੈ। ਜਿਸ ਦੇ ਹੱਥੋਂ ਹੱਥ ਛੁਡਾ ਕੇ ਖੁਦ ਕੋਲੋਂ ਵੀ ਵਿਛੜੇ ਹਾਂ। ਜਿਸ ਦੇ ਹੱਥੋਂ ਹੱਥ ਛੁਡਾ ਕੇ ਖੁਦ ਕੋਲੋਂ ਵੀ ਵਿਛੜੇ ਹਾਂ। ਆਪਣੇ ਅੰਦਰਲਾ ਉਹ ਬੰਦਾ ਟੋਲਣ ਨੂੰ ਦਿਲ ਕਰਦਾ ਹੈ। ਜਿਸ ਦੇ ਹੱਥੋਂ ਹੱਥ ਛੁਡਾ ਕੇ ਖੁਦ ਕੋਲੋਂ ਵੀ ਵਿਛੜੇ ਹਾਂ। ਆਪਣੇ ਅੰਦਰਲਾ ਉਹ ਬੰਦਾ ਟੋਲਣ ਨੂੰ ਦਿਲ ਕਰਦਾ ਹੈ। ਰੋਟੀ ਰੀਝਾਂ ਰਿਸ਼ਤੇ ਜਿਸ ਥਾਂ ਰਾਹ ਨਾ ਰੋਕਣ ਬੋਲਾਂ ਦਾ। ਰੋਟੀ ਰੀਝਾਂ ਰਿਸ਼ਤੇ ਜਿਸ ਥਾਂ ਰਾਹ ਨਾ ਰੋਕਣ ਬੋਲਾਂ ਦਾ। ਐਸੀ ਖੁੱਲ੍ਹੀ ਥਾਂ ਤੇ ਜਾ ਕੇ ਬੋਲਣ ਨੂੰ ਦਿਲ ਕਰਦਾ ਹੈ। ਰੋਟੀ ਰੀਝਾਂ ਰਿਸ਼ਤੇ ਜਿਸ ਥਾਂ ਰਾਹ ਨਾ ਰੋਕਣ ਬੋਲਾਂ ਦਾ। ਐਸੀ ਖੁੱਲ੍ਹੀ ਥਾਂ ਤੇ ਜਾ ਕੇ ਬੋਲਣ ਨੂੰ ਦਿਲ ਕਰਦਾ ਹੈ। ਤੇਜ਼ ਹਵਾ ਹੈ ਅੰਨੀ ਬਾਰਿਸ਼ ਤੇ ਘਰ ਵੀ ਹੈ ਸ਼ੀਸ਼ੇ ਦਾ। ਤੇਜ਼ ਹਵਾ ਹੈ ਅੰਨੀ ਬਾਰਿਸ਼ ਤੇ ਘਰ ਵੀ ਹੈ ਸ਼ੀਸ਼ੇ ਦਾ। ਦਿਲ ਦੀ ਹਾਲਤ ਵੇਖੋ ਬੂਹੇ ਖੋਲ੍ਹਣ ਨੂੰ ਦਿਲ ਕਰਦਾ ਹੈ। ਤੇਜ਼ ਹਵਾ ਹੈ ਅੰਨੀ ਬਾਰਿਸ਼ ਤੇ ਘਰ ਵੀ ਹੈ ਸ਼ੀਸ਼ੇ ਦਾ। ਦਿਲ ਦੀ ਹਾਲਤ ਵੇਖੋ ਬੂਹੇ ਖੋਲ੍ਹਣ ਨੂੰ ਦਿਲ ਕਰਦਾ ਹੈ। ਔਰ ਨੱਚਣਾ ਤਾਂ ਕੀ ਪਹਿਨ ਕੇ ਜਿਸ ਨੂੰ ਵਰਜਿਤ ਹੋਇਆ ਤੁਰਨਾ ਵੀ। ਨੱਚਣਾ ਤਾਂ ਕੀ ਪਹਿਨ ਕੇ ਜਿਸ ਨੂੰ ਵਰਜਿਤ ਹੋਇਆ ਤੁਰਨਾ ਵੀ। ਪਾਜ਼ੇਬਾਂ ਦਾ ਮਹਿੰਗਾ ਜੋੜਾ ਖੋਲ੍ਹਣ ਨੂੰ ਦਿਲ ਕਰਦਾ ਹੈ। ਨੱਚਣਾ ਤਾਂ ਕੀ ਪਹਿਨ ਕੇ ਜਿਸ ਨੂੰ ਵਰਜਿਤ ਹੋਇਆ ਤੁਰਨਾ ਵੀ। ਪਾਜ਼ੇਬਾਂ ਦਾ ਮਹਿੰਗਾ ਜੋੜਾ ਖੋਲ੍ਹਣ ਨੂੰ ਦਿਲ ਕਰਦਾ ਹੈ। ਔਰ ਧਰਾਂ ਮੈਂ ਪੈਰ ਕਿਸ ਥਾਂ ਹਰ ਥਾਂ ਮੇਰੀ ਜ਼ਾਤ ਪੈਂਦੀ ਹੈ। ਧਰਾਂ ਮੈਂ ਪੈਰ ਕਿਸ ਥਾਂ ਹਰ ਥਾਂ ਮੇਰੀ ਜ਼ਾਤ ਪੈਂਦੀ ਹੈ। ਤੇਰੇ ਤੱਕ ਆਉਂਦਿਆਂ ਰਾਹਾਂ 'ਚ ਹਾਲੇ ਰਾਤ ਪੈਂਦੀ ਹੈ। ਧਰਾਂ ਮੈਂ ਪੈਰ ਕਿਸ ਥਾਂ ਹਰ ਥਾਂ ਮੇਰੀ ਜ਼ਾਤ ਪੈਂਦੀ ਹੈ। ਤੇਰੇ ਤੱਕ ਆਉਂਦਿਆਂ ਰਾਹਾਂ 'ਚ ਹਾਲੇ ਰਾਤ ਪੈਂਦੀ ਹੈ। ਖਰੀਦਣ ਵਿਕਣ ਦਾ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਖਰੀਦਣ ਵਿਕਣ ਦਾ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਕਦੇ ਕੀਮਤ ਪਵੇ ਹੌਲੀ ਕਦੇ ਔਕਾਤ ਪੈਂਦੀ ਹੈ। ਖਰੀਦਣ ਵਿਕਣ ਦਾ ਇਹ ਸਿਲਸਿਲਾ ਚੱਲਦਾ ਹੀ ਰਹਿੰਦਾ ਹੈ। ਕਦੇ ਕੀਮਤ ਪਵੇ ਹੌਲੀ ਕਦੇ ਔਕਾਤ ਪੈਂਦੀ ਹੈ। ਔਰ ਸਿਆਸੀ ਮੌਨਸੂਨਾਂ ਪੱਥਰਾਂ ਨੂੰ ਧੋਂਦੀਆਂ ਲੰਘਣ। ਸਿਆਸੀ ਮੌਨਸੂਨਾਂ ਪੱਥਰਾਂ ਨੂੰ ਧੋਂਦੀਆਂ ਲੰਘਣ। ਕਦੋਂ ਸੁੱਕਦੇ ਬਰੋਟਾਂ ਵਾਸਤੇ ਬਰਸਾਤ ਪੈਂਦੀ ਹੈ। ਸਿਆਸੀ ਮਾਨਸੂਨਾਂ ਪੱਥਰਾਂ ਨੂੰ ਧੋਂਦੀਆਂ ਲੰਘਣ। ਕਦੋਂ ਸੁੱਕਦੇ ਬਰੋਟਾਂ ਵਾਸਤੇ ਬਰਸਾਤ ਪੈਂਦੀ ਹੈ। ਔਰ ਹੁੰਗਾਰਾ ਭਰਨ ਜਾਂ ਸ਼ਹਿਜ਼ਾਦੀਆਂ ਤਾਂ ਬਾਤ ਮੁੱਕ ਜਾਵੇ।
ਹੁੰਗਾਰਾ ਭਰਨ ਜਾਂ ਸ਼ਹਿਜ਼ਾਦੀਆਂ ਤਾਂ ਬਾਤ ਮੁੱਕ ਜਾਵੇ, ਘਰਾਂ ਵਿੱਚ ਉਂਝ ਤਾਂ ਸ਼ਹਿਜ਼ਾਦਿਆਂ ਦੀ ਬਾਤ ਪੈਂਦੀ ਹੈ। ਹੁੰਗਾਰਾ ਭਰਨ ਜਾਂ ਸ਼ਹਿਜ਼ਾਦੀਆਂ ਤਾਂ ਬਾਤ ਮੁੱਕ ਜਾਵੇ, ਘਰਾਂ ਵਿੱਚ ਉਂਝ ਤਾਂ ਸ਼ਹਿਜ਼ਾਦਿਆਂ ਦੀ ਬਾਤ ਪੈਂਦੀ ਹੈ। ਮੈਂ ਆਪਣੀ ਰੌਸ਼ਨੀ ਵਿੱਚ ਗਰਕਦਾ ਹਾਂ, ਹਨੇਰ 'ਚੋਂ ਉਗਮਾਂ। ਮੈਂ ਆਪਣੀ ਰੌਸ਼ਨੀ ਵਿੱਚ ਗਰਕਦਾ ਹਾਂ, ਹਨੇਰ 'ਚੋਂ ਉਗਮਾਂ। ਮੇਰੇ ਲਹਿੰਦੇ 'ਚ ਲੋ ਉੱਠੇ ਤੇ ਚੜ੍ਹਦੇ ਰਾਤ ਪੈਂਦੀ ਹੈ। ਮੈਂ ਆਪਣੀ ਰੌਸ਼ਨੀ ਵਿੱਚ ਗਰਕਦਾ ਹਾਂ, ਹਨੇਰ 'ਚੋਂ ਉਗਮਾਂ। ਮੇਰੇ ਲਹਿੰਦੇ 'ਚੋਂ ਲੋ ਉੱਠੇ ਤੇ ਚੜ੍ਹਦੇ ਰਾਤ ਪੈਂਦੀ ਹੈ। ਔਰ ਇਸੇ ਲੜੀ ਦੇ ਅੰਦਰ ਕਿ ਜਿਵੇਂ ਨਵੀਆਂ ਕਿਤਾਬਾਂ ਪੜ੍ਹ ਰਹੇ ਨੇ, ਜਿਵੇਂ ਨਵੀਆਂ ਕਿਤਾਬਾਂ ਪੜ੍ਹ ਰਹੇ ਨੇ, ਉਹ ਆਪਣੇ ਆਪ ਤੋਂ ਵਿਛੜ ਰਹੇ ਨੇ। ਜਿਵੇਂ ਨਵੀਆਂ ਕਿਤਾਬਾਂ ਪੜ੍ਹ ਰਹੇ ਨੇ, ਉਹ ਆਪਣੇ ਆਪ ਤੋਂ ਵਿਛੜ ਰਹੇ ਨੇ। ਮੇਰੇ ਮੱਥੇ 'ਤੇ ਫੱਟ ਆਉਂਦਾ ਹੈ ਨਿਸ ਦਿਨ, ਮੇਰੇ ਮੱਥੇ 'ਤੇ ਫੱਟ ਆਉਂਦਾ ਹੈ ਨਿਸ ਦਿਨ, ਕਿਤੇ ਪੱਥਰ 'ਤੇ ਸ਼ੀਸ਼ਾ ਲੜ ਰਹੇ ਨੇ। ਮੇਰੇ ਮੱਥੇ 'ਤੇ ਫੱਟ ਆਉਂਦਾ ਹੈ ਨਿਸ ਦਿਨ, ਕਿਤੇ ਪੱਥਰ 'ਤੇ ਸ਼ੀਸ਼ਾ ਲੜ ਰਹੇ ਨੇ। ਮੇਰੇ ਸੀਨੇ 'ਚ ਰਾਹ ਖੁੱਲ੍ਹਦਾ ਪਿਆ ਹੈ, ਮੇਰੇ ਸੀਨੇ 'ਚ ਰਾਹ ਖੁੱਲ੍ਹਦਾ ਪਿਆ ਹੈ, ਮੇਰੇ ਪੈਰਾਂ 'ਚ ਰਸਤੇ ਅੜ ਰਹੇ ਨੇ। ਮੇਰੇ ਸੀਨੇ 'ਚ ਰਾਹ ਖੁੱਲ੍ਹਦਾ ਪਿਆ ਹੈ, ਮੇਰੇ ਪੈਰਾਂ 'ਚ ਰਸਤੇ ਅੜ ਰਹੇ ਨੇ। ਔਰ ਬਣਾ ਕੇ ਪੌੜੀਆਂ ਇੱਕ ਦੂਸਰੇ ਨੂੰ ਬੜੇ ਲੋਕੀ ਚੜ੍ਹਾਈ ਚੜ੍ਹ ਰਹੇ ਨੇ। ਬਣਾ ਕੇ ਪੌੜੀਆਂ ਇੱਕ ਦੂਸਰੇ ਨੂੰ ਬੜੇ ਲੋਕੀ ਚੜ੍ਹਾਈ ਚੜ੍ਹ ਰਹੇ ਨੇ। ਇੱਕ ਬਾਰੀਕ ਸ਼ੇਰ ਵੀ ਹੈ ਇਸ ਗਜ਼ਲ ਦੇ ਅੰਦਰ, ਤੁਸੀਂ ਥੋੜ੍ਹਾ ਜਿਹਾ ਉਦਾਸ ਹੋ ਗਏ ਕਿ ਸਾਦੀ ਗਜ਼ਲ ਹੈ, ਇਹ ਚੰਗਾ ਸ਼ੇਰ ਹੈ ਇੱਕ। ਅਗਨ ਦਿਲ ਦੀ ਬੁਝਾ ਬੈਠਾ ਸਾਂ ਮੈਂ ਤਾਂ, ਅਗਨ ਦਿਲ ਦੀ ਬੁਝਾ ਬੈਠਾ ਸਾਂ ਮੈਂ ਤਾਂ, ਅਜੇ ਵੀ ਫੁੱਲ ਕਿੱਥੇ ਸੜ ਰਹੇ ਨੇ। ਅਗਨ ਦਿਲ ਦੀ ਬੁਝਾ ਬੈਠਾ ਸਾਂ ਮੈਂ ਤਾਂ, ਅਜੇ ਵੀ ਫੁੱਲ ਕਿੱਥੇ ਸੜ ਰਹੇ ਨੇ। ਔਰ ਡਬੋ ਕੇ ਪੈਰ ਮਿਣਦੇ ਨੇ ਸਮੁੰਦਰ, ਡਬੋ ਕੇ ਪੈਰ ਮਿਣਦੇ ਨੇ ਸਮੁੰਦਰ, ਗਜ਼ਲ ਨੂੰ ਬਹਿਰ ਤੱਕ ਹੀ ਪੜ੍ਹ ਰਹੇ ਨੇ। ਡਬੋ ਕੇ ਪੈਰ ਮਿਣਦੇ ਨੇ ਸਮੁੰਦਰ, ਗਜ਼ਲ ਨੂੰ ਬਹਿਰ ਤੱਕ ਹੀ ਪੜ੍ਹ ਰਹੇ ਨੇ। ਔਰ ਇੱਕ ਹੋਰ ਗਜ਼ਲ ਜਿਹੜਾ ਲੰਬੀ ਬਹਿਰ ਦੀ ਹੈ ਇਹ, ਹਾਲਾਂਕਿ ਮੈਨੂੰ ਇਹ ਵੀ ਪਤਾ ਕਿ ਮੇਰੀਆਂ ਜਿਹੜੀਆਂ ਸਾਰੀਆਂ ਗਜ਼ਲਕਾਰੀ ਦਾ ਘੇਰਾ ਉਹ 2-3 ਬਹਿਰਾਂ ਦੇ ਵਿੱਚ ਹੀ ਹੈ। ਉਸ ਤੋਂ ਬਾਰੇ ਮੈਨੂੰ ਪਤਾ ਤਾਂ ਹੈ, ਪਰ ਅਜੇ ਤੱਕ ਉੱਥੋਂ ਤੱਕ ਮੈਂ ਪਹੁੰਚਣ ਦੀ ਕੋਈ ਫਿਰਾਕ ਵਿੱਚ ਨਹੀਂ ਹਾਂ। ਕਿ ਮਿਲੇ ਨਫ਼ਰਤ ਕੋਈ ਅੰਬਰ ਤੋਂ ਉੱਚੀ, ਸਮੁੰਦਰ ਜੇਡ ਗਹਿਰਾ ਪਿਆਰ ਹੋਵੇ। ਮਿਲੇ ਨਫ਼ਰਤ ਕੋਈ ਅੰਬਰ ਤੋਂ ਉੱਚੀ, ਸਮੁੰਦਰ ਜੇਡ ਗਹਿਰਾ ਪਿਆਰ ਹੋਵੇ। ਰਹੇ ਸੀਨੇ 'ਚ ਕੁਝ ਤਾਂ ਕਸਕ ਬਣ ਕੇ, ਕੋਈ ਤਾਂ ਦਰਦ ਹੰਢਣਸਾਰ ਹੋਵੇ। ਮਿਲੇ ਨਫ਼ਰਤ ਕੋਈ ਅੰਬਰ ਤੋਂ ਉੱਚੀ, ਸਮੁੰਦਰ ਜੇਡ ਗਹਿਰਾ ਪਿਆਰ ਹੋਵੇ। ਰਹੇ ਸੀਨੇ 'ਚ ਕੁਝ ਤਾਂ ਕਸਕ ਬਣ ਕੇ, ਕੋਈ ਤਾਂ ਦਰਦ ਹੰਢਣਸਾਰ ਹੋਵੇ। ਪੜ੍ਹਾਂ ਸੋਚਾਂ ਲਿਖਾਂ ਮੈਂ ਹਰਫ ਜਿਹੜਾ, ਉਹ ਤੇਰੇ ਨਾਮ ਦਾ ਵਿਸਥਾਰ ਹੋਵੇ। ਪੜ੍ਹਾਂ ਸੋਚਾਂ ਲਿਖਾਂ ਮੈਂ ਹਰਫ ਜਿਹੜਾ, ਉਹ ਤੇਰੇ ਨਾਮ ਦਾ ਵਿਸਥਾਰ ਹੋਵੇ। ਚੜ੍ਹਾਂ ਜਿਸ ਰਾਹ ਉਹ ਤੇਰੇ ਤੀਕ ਜਾਵੇ, ਖੜ੍ਹਾਂ ਜਿਸ ਥਾਂ ਉਹ ਤੇਰਾ ਦੁਆਰ ਹੋਵੇ। ਪੜ੍ਹਾਂ ਸੋਚਾਂ ਲਿਖਾਂ ਮੈਂ ਹਰਫ ਜਿਹੜਾ, ਉਹ ਤੇਰੇ ਨਾਮ ਦਾ ਵਿਸਥਾਰ ਹੋਵੇ। ਚੜ੍ਹਾਂ ਜਿਸ ਰਾਹ ਉਹ ਤੇਰੇ ਤੀਕ ਜਾਵੇ, ਖੜ੍ਹਾਂ ਜਿਸ ਥਾਂ ਉਹ ਤੇਰਾ ਦੁਆਰ ਹੋਵੇ। ਜੇ ਇਹੋ ਰੌਸ਼ਨੀ ਸੁੱਚੀ ਹੈ ਲੱਗਦੀ, ਜੋ ਹੈ ਚਾਂਦੀ ਦੇ ਫਾਨੂਸਾਂ 'ਚ ਜਗਦੀ। ਜੇ ਇਹੋ ਰੌਸ਼ਨੀ ਸੁੱਚੀ ਹੈ ਲੱਗਦੀ, ਜੋ ਹੈ ਚਾਂਦੀ ਦੇ ਫਾਨੂਸਾਂ 'ਚ ਜਗਦੀ। ਬੁਝਾ ਦਈਏ ਸਿਤਾਰੇ ਚੰਦ ਸੂਰਜ, ਇਹਨਾਂ ਸਿਰ ਕਿਉਂ ਜਗਣ ਦਾ ਭਾਰ ਹੋਵੇ। ਜੇ ਇਹੋ ਰੌਸ਼ਨੀ ਸੁੱਚੀ ਹੈ ਲੱਗਦੀ, ਜੋ ਹੈ ਚਾਂਦੀ ਦੇ ਫਾਨੂਸਾਂ 'ਚ ਜਗਦੀ। ਬੁਝਾ ਦਈਏ ਸਿਤਾਰੇ ਚੰਦ ਸੂਰਜ, ਇਹਨਾਂ ਸਿਰ ਕਿਉਂ ਜਗਣ ਦਾ ਭਾਰ ਹੋਵੇ। ਔਰ ਇਹ ਕੀ ਰਿਸ਼ਤੇ, ਇਹਨਾਂ ਦੀ ਓਟ ਕੀ ਹੈ। ਇਹ ਕੀ ਰਿਸ਼ਤੇ, ਇਹਨਾਂ ਦੀ ਓਟ ਕੀ ਹੈ। ਖਰੇ ਜੇ ਹਾਂ ਤਾਂ ਵਿੱਚ ਖੋਟ ਕੀ ਹੈ। ਇਹ ਕੀ ਰਿਸ਼ਤੇ, ਇਹਨਾਂ ਦੀ ਓਟ ਕੀ ਹੈ। ਖਰੇ ਜੇ ਹਾਂ ਤਾਂ ਵਿੱਚ ਖੋਟ ਕੀ ਹੈ। ਜਿਵੇਂ
ਤੇਜ਼ਾਬ ਦੀ ਤੱਤੀ ਨਦੀ ਨੂੰ ਗੁਲਾਬਾਂ ਨਾਲ ਸੱਚਾ ਪਿਆਰ ਹੋਵੇ। ਇਹ ਕੀ ਰਿਸ਼ਤੇ ਇਹਨਾਂ ਦੀ ਓਟ ਕੀ ਹੈ, ਖਰੇ ਜੇ ਹਾਂ ਤਾਂ ਵਿੱਚ ਵਿੱਚ ਖੋਟ ਕੀ ਹੈ। ਜਿਵੇਂ ਤੇਜ਼ਾਬ ਦੀ ਤੱਤੀ ਨਦੀ ਨੂੰ ਗੁਲਾਬਾਂ ਨਾਲ ਸੱਚਾ ਪਿਆਰ ਹੋਵੇ। ਅਗਨ ਕੋਈ ਬੁਝਾ ਸਕਦਾ ਨਹੀਂ ਏ, ਕਿਤੋਂ ਪਤਝੜ ਮੁਕਾ ਸਕਦਾ ਨਹੀਂ ਏ। ਅਗਨ ਕੋਈ ਬੁਝਾ ਸਕਦਾ ਨਹੀਂ ਏ, ਕਿਤੋਂ ਪਤਝੜ ਮੁਕਾ ਸਕਦਾ ਨਹੀਂ ਏ। ਲਈ ਫਿਰਦਾ ਹਾਂ ਮੈਂ ਅੱਖਾਂ 'ਚ ਫਿਰ ਵੀ ਇਹ ਪਾਣੀ ਜੇ ਕਿਤੇ ਦਰਕਾਰ ਹੋਵੇ। ਅਗਨ ਕੋਈ ਬੁਝਾ ਸਕਦਾ ਨਹੀਂ ਏ, ਕਿਤੋਂ ਪਤਝੜ ਮੁਕਾ ਸਕਦਾ ਨਹੀਂ ਏ। ਲਈ ਫਿਰਦਾ ਹਾਂ ਮੈਂ ਅੱਖਾਂ 'ਚ ਫਿਰ ਵੀ ਇਹ ਪਾਣੀ ਜੇ ਕਿਤੇ ਦਰਕਾਰ ਹੋਵੇ। ਤਪਦਿਆਂ ਤੀਰਾਂ ਨੂੰ ਸੀਨੇ ਲਾ ਕੇ ਠਾਰਨ ਵਾਸਤੇ, ਤਪਦਿਆਂ ਤੀਰਾਂ ਨੂੰ ਸੀਨੇ ਲਾ ਕੇ ਠਾਰਨ ਵਾਸਤੇ, ਹਰ ਬਲੀ ਤੇ ਮੈਂ ਹੀ ਕਿਉਂ ਬਚਦਾ ਹਾਂ ਵਾਰਨ ਵਾਸਤੇ। ਤਪਦਿਆਂ ਤੀਰਾਂ ਨੂੰ ਸੀਨੇ ਲਾ ਕੇ ਠਾਰਨ ਵਾਸਤੇ, ਹਰ ਬਲੀ ਤੇ ਮੈਂ ਹੀ ਕਿਉਂ ਬਚਦਾ ਹਾਂ ਵਾਰਨ ਵਾਸਤੇ। ਪੁਰਖਿਆਂ ਦੇ ਵਾਰਸਾਂ ਦੇ ਕੁਝ ਕੁ ਆਪਣੀ ਜ਼ਾਤ ਦੇ, ਪੁਰਖਿਆਂ ਦੇ ਵਾਰਸਾਂ ਦੇ ਕੁਝ ਕੁ ਆਪਣੀ ਜ਼ਾਤ ਦੇ। ਉਮਰ ਇੱਕ ਥੋੜੀ ਹੈ ਸਭ ਕਰਜ਼ੇ ਉਤਾਰਨ ਵਾਸਤੇ। ਪੁਰਖਿਆਂ ਦੇ ਵਾਰਸਾਂ ਦੇ ਕੁਝ ਕੁ ਆਪਣੀ ਜ਼ਾਤ ਦੇ। ਉਮਰ ਇੱਕ ਥੋੜੀ ਹੈ ਸਭ ਕਰਜ਼ੇ ਉਤਾਰਨ ਵਾਸਤੇ। ਹੋਰ ਬੰਦੇ, ਹੋਰ ਚੀਜ਼ਾਂ, ਹੋਰ ਰੁੱਤਾਂ, ਹੋਰ ਰਾਹ। ਹੋਰ ਬੰਦੇ, ਹੋਰ ਚੀਜ਼ਾਂ, ਹੋਰ ਰੁੱਤਾਂ, ਹੋਰ ਰਾਹ। ਕੀ ਮੈਂ ਅਪਣਾ ਲਿਆ ਤੈਨੂੰ ਵਿਸਾਰਨ ਵਾਸਤੇ। ਹੋਰ ਬੰਦੇ, ਹੋਰ ਰੁੱਤਾਂ, ਹੋਰ ਚੀਜ਼ਾਂ, ਹੋਰ ਰਾਹ। ਕੀ ਮੈਂ ਅਪਣਾ ਲਿਆ ਤੈਨੂੰ ਵਿਸਾਰਨ ਵਾਸਤੇ। ਆਤਮਾ ਦੀ ਸੁਣ ਚੋਂ ਆਵਾਜ਼ ਤਾਂ ਸੁਣਦੀ ਹੈ ਪਰ, ਆਤਮਾ ਦੀ ਸੁਣ ਚੋਂ ਆਵਾਜ਼ ਤਾਂ ਉੱਠਦੀ ਹੈ ਪਰ, ਦੂਰ ਤੱਕ ਦਿਸਦਾ ਨਹੀਂ ਕੋਈ ਪੁਕਾਰਨ ਵਾਸਤੇ। ਆਤਮਾ ਦੀ ਸੁਣ ਚੋਂ ਆਵਾਜ਼ ਤਾਂ ਉੱਠਦੀ ਹੈ ਪਰ, ਦੂਰ ਤੱਕ ਦਿਸਦਾ ਨਹੀਂ ਕੋਈ ਪੁਕਾਰਨ ਵਾਸਤੇ। ਆਖਰੀ ਦਾਓ ਸੀ ਮੇਰੀ ਮੈਂ ਦੀ ਵਾਰੀ ਆ ਗਈ। ਆਖਰੀ ਦਾਓ ਸੀ ਮੇਰੀ ਮੈਂ ਦੀ ਵਾਰੀ ਆ ਗਈ। ਕੋਲ ਕੁਝ ਬਚਿਆ ਨਹੀਂ ਸੀ ਹੋਰ ਹਾਰਨ ਵਾਸਤੇ। ਆਖਰੀ ਦਾਓ ਸੀ ਮੇਰੀ ਮੈਂ ਦੀ ਵਾਰੀ ਆ ਗਈ। ਕੋਲ ਕੁਝ ਬਚਿਆ ਨਹੀਂ ਸੀ ਹੋਰ ਹਾਰਨ ਵਾਸਤੇ। ਤਪਦਿਆਂ ਤੀਰਾਂ ਨੂੰ ਸੀਨੇ ਲਾ ਕੇ ਠਾਰਨ ਵਾਸਤੇ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ। ਉੱਚੀ ਥਾਂ ਤੋਂ ਲੰਘਣ ਵੇਲੇ ਲਹਿ ਸਕਣਾ ਨਾ ਆਇਆ। ਕੁਝ ਦਰਿਆਵਾਂ ਨੂੰ ਸਾਵੇਂ ਹੋ ਵਹਿ ਸਕਣਾ ਨਾ ਆਇਆ। ਉੱਚੀ ਥਾਂ ਤੋਂ ਲੰਘਣ ਵੇਲੇ ਲਹਿ ਸਕਣਾ ਨਾ ਆਇਆ। ਔਰ ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ। ਉਸ ਨੂੰ ਵੀ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਮੈਂ ਉਸ ਨੂੰ ਪਿਘਲਾ ਤਾਂ ਲੈਂਦਾ ਪਰ ਕਿਸ ਭਾਂਡੇ ਪਾਉਂਦਾ। ਉਸ ਨੂੰ ਵੀ ਪੱਥਰ ਦਾ ਹੋ ਕੇ ਰਹਿ ਸਕਣਾ ਨਾ ਆਇਆ। ਔਰ ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ। ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ। ਦੁਨੀਆਦਾਰਾਂ ਦੀ ਦੁਨੀਆ ਵਿੱਚ ਰਹਿ ਸਕਣਾ ਨਾ ਆਇਆ। ਸੁਪਨੇ ਫੜਦੇ ਅਕਸਰ ਕੰਧਾਂ ਵਿੱਚ ਵੱਜੇ ਹਾਂ ਜਾ ਕੇ। ਦੁਨੀਆਦਾਰਾਂ ਦੀ ਦੁਨੀਆ ਵਿੱਚ ਰਹਿ ਸਕਣਾ ਨਾ ਆਇਆ। ਔਰ ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ। ਨਿੱਕੇ ਨਿੱਕੇ ਦੁੱਖ ਵੀ ਮੇਰੇ ਵਿੱਚੋਂ ਉੱਚੀ ਬੋਲੇ। ਕੰਡੇ ਦਾ ਚੁਭਣਾ ਵੀ ਮੈਨੂੰ ਸਹਿ ਸਕਣਾ ਨਾ ਆਇਆ। ਔਰ ਇੱਕ ਜਿਹੜਾ ਮੈਂ ਸ਼ੇਰ ਪਹਿਲਾਂ ਪੜ੍ਹ ਦਿੱਤਾ ਸੀ ਕਿ ਲਿਖਦੇ ਹੋਇਆਂ ਕੁਝ ਥਾਵਾਂ 'ਤੇ ਮੈਂ ਵੀ ਸੱਚ ਤੋਂ ਡਰਿਆ। ਕੁਝ ਥਾਵਾਂ 'ਤੇ ਲਫ਼ਜ਼ਾਂ ਨੂੰ ਵੀ ਕਹਿ ਸਕਣਾ ਨਾ ਆਇਆ। ਕਿ ਤਾਜ਼ਾ ਮੁਹੱਬਤਾਂ ਦਾ ਇਹ ਪਾਣੀ ਉਤਰ ਲਵੇ। ਤਾਜ਼ਾ ਮੁਹੱਬਤਾਂ ਦਾ ਇਹ ਪਾਣੀ ਉਤਰ ਲਵੇ। ਸ਼ਾਇਦ ਉਹ ਡੁੱਬਿਆਂ ਨੂੰ ਕਦੇ ਯਾਦ ਕਰ ਲਵੇ। ਤਾਜ਼ਾ ਮੁਹੱਬਤਾਂ ਦਾ ਇਹ ਪਾਣੀ ਉਤਰ ਲਵੇ। ਸ਼ਾਇਦ ਉਹ ਡੁੱਬਿਆਂ ਨੂੰ ਕਦੇ ਯਾਦ ਕਰ ਲਵੇ। ਮਰਜ਼ੀ ਹੈ ਝੀਲ ਦੀ ਕਿ ਉਹ
ਕਰਦੀ ਹੈ ਕੀ ਕਬੂਲ। ਮਰਜ਼ੀ ਹੈ ਝੀਲ ਦੀ ਕਿ ਉਹ ਕਰਦੀ ਹੈ ਕੀ ਕਬੂਲ। ਚਾਹੇ ਤਾਂ ਉਸਦੀ ਹਿੱਕ ਤੇ ਪੱਥਰ ਵੀ ਧਰ ਲਵੇ। ਮਰਜ਼ੀ ਹੈ ਝੀਲ ਦੀ ਕਿ ਉਹ ਕਰਦੀ ਹੈ ਕੀ ਕਬੂਲ। ਚਾਹੇ ਤਾਂ ਉਸਦੀ ਹਿੱਕ ਤੇ ਪੱਥਰ ਵੀ ਧਰ ਲਵੇ। ਔਰ ਹਨੇਰੇ ਦੀ ਹਰ ਦਲੀਲ ਹੈ ਅੰਨੀ ਤੇ ਖੌਫਨਾਕ। ਹਨੇਰੇ ਦੀ ਹਰ ਦਲੀਲ ਹੈ ਅੰਨੀ ਤੇ ਖੌਫਨਾਕ। ਡਰ ਹੈ ਕਿ ਮੈਨੂੰ ਵੀ ਕਿਤੇ ਸਹਿਮਤ ਨਾ ਕਰ ਲਵੇ। ਹਨੇਰੇ ਦੀ ਹਰ ਦਲੀਲ ਹੈ ਅੰਨੀ ਤੇ ਖੌਫਨਾਕ। ਡਰ ਹੈ ਕਿ ਮੈਨੂੰ ਵੀ ਕਿਤੇ ਸਹਿਮਤ ਨਾ ਕਰ ਲਵੇ। ਔਰ ਫੁੱਲਾਂ ਦੇ ਬੀਜ ਕੁਝ ਸਮਾਂ ਰੱਖੋ ਸੰਭਾਲ ਕੇ। ਫੁੱਲਾਂ ਦੇ ਬੀਜ ਕੁਝ ਸਮਾਂ ਰੱਖੋ ਸੰਭਾਲ ਕੇ। ਪਹਿਲਾਂ ਦਿਲਾਂ ਦੀ ਸੁਲਗਦੀ ਮਿੱਟੀ ਤਾਂ ਠਰ ਲਵੇ। ਫੁੱਲਾਂ ਦੇ ਬੀਜ ਕੁਝ ਸਮਾਂ ਰੱਖੋ ਸੰਭਾਲ ਕੇ। ਪਹਿਲਾਂ ਦਿਲਾਂ ਦੀ ਸੁਲਗਦੀ ਮਿੱਟੀ ਤਾਂ ਠਰ ਲਵੇ। ਔਰ ਇੱਕ ਗਜ਼ਲ ਹੋਰ ਇਸੇ ਹੀ ਰੰਗ ਦੀ ਕਿ ਕਰੀ ਨਾ ਪਰ ਮੁਕੰਮਲ ਹੋਣ ਦੇ ਨੇੜੇ ਕਰੀ ਰੱਖੀ। ਕਰੀ ਨਾ ਪਰ ਮੁਕੰਮਲ ਹੋਣ ਦੇ ਨੇੜੇ ਕਰੀ ਰੱਖੀ। ਰਹਾਂ ਊਣਾ ਜ਼ਰਾ ਕੁਝ ਇਸ ਤਰ੍ਹਾਂ ਮੈਨੂੰ ਭਰੀ ਰੱਖੀ। ਕਰੀ ਨਾ ਪਰ ਮੁਕੰਮਲ ਹੋਣ ਦੇ ਨੇੜੇ ਕਰੀ ਰੱਖੀ। ਰਹਾਂ ਊਣਾ ਜ਼ਰਾ ਕੁਝ ਇਸ ਤਰ੍ਹਾਂ ਮੈਨੂੰ ਭਰੀ ਰੱਖੀ। ਔਰ ਇੱਕ ਸ਼ੇਰ ਇਹਦੇ 'ਚ ਬਾਰੀਕ ਪਤਲਾ ਸ਼ੇਰ ਹੈ ਕਿ ਤੇਰੀ ਧੜਕਣ 'ਚ ਸ਼ਾਇਦ ਮੈਂ ਵੀ ਮਿਲ ਜਾਵਾਂ ਕਿਸੇ ਥਾਂ ਤੇ। ਤੇਰੀ ਧੜਕਣ 'ਚ ਸ਼ਾਇਦ ਮੈਂ ਵੀ ਮਿਲ ਜਾਵਾਂ ਕਿਸੇ ਥਾਂ ਤੇ। ਬਸ ਆਪਣੀ ਨਬਜ਼ ਤੇ ਮੇਰੇ ਲਈ ਉਂਗਲ ਧਰੀ ਰੱਖੀ। ਤੇਰੀ ਧੜਕਣ 'ਚ ਸ਼ਾਇਦ ਮੈਂ ਵੀ ਮਿਲ ਜਾਵਾਂ ਕਿਸੇ ਥਾਂ ਤੇ। ਬਸ ਆਪਣੀ ਨਬਜ਼ ਤੇ ਮੇਰੇ ਲਈ ਉਂਗਲ ਧਰੀ ਰੱਖੀ। ਮੈਂ ਜਿਸ ਤੋਂ ਆਖਰੀ ਪੱਤੇ ਤਰ੍ਹਾਂ ਝੜਨਾ ਹੈ ਅਗਲੇ ਪਲ। ਮੈਂ ਜਿਸ ਤੋਂ ਆਖਰੀ ਪੱਤੇ ਤਰ੍ਹਾਂ ਝੜਨਾ ਹੈ ਅਗਲੇ ਪਲ। ਤੂੰ ਮੈਥੋਂ ਬਾਅਦ ਵੀ ਅਹਿਸਾਸ ਦੀ ਟਾਹਣੀ ਹਰੀ ਰੱਖੀ। ਮੈਂ ਜਿਸ ਤੋਂ ਆਖਰੀ ਪੱਤੇ ਤਰ੍ਹਾਂ ਝੜਨਾ ਹੈ ਅਗਲੇ ਪਲ। ਤੂੰ ਮੈਥੋਂ ਬਾਅਦ ਵੀ ਅਹਿਸਾਸ ਦੀ ਟਾਹਣੀ ਹਰੀ ਰੱਖੀ। ਔਰ ਤੇਰੇ ਵਿੱਚ ਵਸਦਿਆਂ ਨੂੰ ਤੇਰੇ ਦਿਲ ਦਾ ਸੇਕ ਨਾ ਲੱਗੇ। ਤੇਰੇ ਵਿੱਚ ਵਸਦਿਆਂ ਨੂੰ ਤੇਰੇ ਦਿਲ ਦਾ ਸੇਕ ਨਾ ਲੱਗੇ। ਉਹਨਾਂ ਦੇ ਵਾਸਤੇ ਹੀ ਆਪਣੀ ਛਾਤੀ ਠਰੀ ਰੱਖੀ। ਤੇਰੇ ਵਿੱਚ ਵਸਦਿਆਂ ਨੂੰ ਤੇਰੇ ਦਿਲ ਦਾ ਸੇਕ ਨਾ ਲੱਗੇ। ਉਹਨਾਂ ਦੇ ਵਾਸਤੇ ਹੀ ਆਪਣੀ ਛਾਤੀ ਠਰੀ ਰੱਖੀ। ਔਰ ਖੁਦਾਇਆ ਮੇਰਿਆਂ ਲਫ਼ਜ਼ਾਂ ਨੂੰ ਹਰ ਇਜ਼ਹਾਰ ਦੇ ਦੇਵੀਂ। ਖੁਦਾਇਆ ਮੇਰਿਆਂ ਲਫ਼ਜ਼ਾਂ ਨੂੰ ਹਰ ਇਜ਼ਹਾਰ ਦੇ ਦੇਵੀਂ। ਪਰ ਇੱਕ ਚਿਹਰੇ ਨੂੰ ਮੇਰੀ ਬਾਤ 'ਚੋਂ ਓਹਲੇ ਕਰੀ ਰੱਖੀ। ਖੁਦਾਇਆ ਮੇਰਿਆਂ ਲਫ਼ਜ਼ਾਂ ਨੂੰ ਹਰ ਇਜ਼ਹਾਰ ਦੇ ਦੇਵੀਂ। ਪਰ ਇੱਕ ਚਿਹਰੇ ਨੂੰ ਮੇਰੀ ਬਾਤ 'ਚੋਂ ਓਹਲੇ ਕਰੀ ਰੱਖੀ। ਔਰ ਕਿਤੇ ਤਸਵੀਰ ਕੋਈ ਯਾਦ ਥੋੜਾ ਦਰਦ ਸਰਸ਼ਾਰੀ। ਕਿਤੇ ਤਸਵੀਰ ਕੋਈ ਯਾਦ ਥੋੜਾ ਦਰਦ ਸਰਸ਼ਾਰੀ। ਜਿਵੇਂ ਹੋਇਆ ਤੂੰ ਮੈਨੂੰ ਆਪਣਾ ਹਿੱਸਾ ਕਰੀ ਰੱਖੀ। ਕਿਤੇ ਤਸਵੀਰ ਕੋਈ ਯਾਦ ਥੋੜਾ ਦਰਦ ਸਰਸ਼ਾਰੀ। ਜਿਵੇਂ ਹੋਇਆ ਤੂੰ ਮੈਨੂੰ ਆਪਣਾ ਹਿੱਸਾ ਕਰੀ ਰੱਖੀ। ਤੁਸੀਂ ਵੀ ਇਹਦੇ 'ਚ ਜਿਹੜਾ ਪਾਠਕ ਦੇ ਹੁੰਗਾਰੇ ਵਾਲੀ ਮੈਂ ਗੱਲ ਤਾਂ ਹੀ ਕੀਤੀ ਸੀ ਕਿ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਆਪਣੇ ਰੁਕਣ ਦਾ ਮੁਕਾਮ ਕਿੱਥੇ ਆ ਗਿਆ, ਕਿਉਂਕਿ ਮੇਰੇ ਵਰਗੇ ਵੀ ਲਗਭਗ ਮੁੱਕਣ ਵਾਲੇ ਹੀ ਨੇ ਵੈਸੇ ਤਾਂ, ਪਰ ਫਿਰ ਵੀ ਤੁਸੀਂ ਆਪਣੇ ਹਿੱਸੇ ਦੀ ਗੱਲ ਇਹਦੇ ਵਿੱਚ ਕਹਿ ਸਕਦੇ ਹੋ। ਇੱਕ ਹੋਰ ਗਜ਼ਲ ਜਿਹੜੀ ਮੈਂ ਬਹੁਤ ਘੱਟ ਵਾਰ ਪੜ੍ਹੀ ਪਰ ਉਹ ਕਿਤਾਬ ਦੇ ਅੰਦਰ ਹੈ ਕਿ ਤਾਂਗ ਤੜਪ ਰੰਜਿਸ਼ ਨਾ ਹਸਰਤ ਕੋਈ ਡੋਬ ਉਛਾਲ ਨਹੀਂ। ਤਾਂਗ ਤੜਪ ਰੰਜਿਸ਼ ਨਾ ਹਸਰਤ ਕੋਈ ਡੋਬ ਉਛਾਲ ਨਹੀਂ। ਦਿਲ ਦੀ ਇੰਨੀ ਬੋਝਲ ਚੁੱਪ ਚਾਂ ਹੁੰਦੀ ਹੋਰ ਸੰਭਾਲ ਨਹੀਂ। ਤਾਂਗ ਤੜਪ ਰੰਜਿਸ਼ ਨਾ ਹਸਰਤ ਕੋਈ ਡੋਬ ਉਛਾਲ ਨਹੀਂ। ਦਿਲ ਦੀ ਇੰਨੀ ਬੋਝਲ ਚੁੱਪ ਚਾਂ ਹੁੰਦੀ ਹੋਰ ਸੰਭਾਲ ਨਹੀਂ। ਔਰ ਵਕਤ ਨੇ ਮੈਨੂੰ ਹੁਣ ਤੱਕ ਇੱਥੋਂ ਦੀ ਹੀ ਲਾਂਘਾ ਦਿੱਤਾ ਹੈ। ਵਕਤ ਨੇ ਮੈਨੂੰ ਹੁਣ ਤੱਕ ਇੱਥੋਂ ਦੀ ਹੀ ਲਾਂਘਾ ਦਿੱਤਾ ਹੈ। ਮੇਰਾ ਸੂਲਾਂ ਤੇ ਤੁਰ ਲੈਣਾ ਕੋਈ ਕਲਾ ਕਮਾਲ ਨਹੀਂ। ਵਕਤ ਨੇ ਮੈਨੂੰ ਹੁਣ ਤੱਕ ਇੱਥੋਂ ਦੀ ਹੀ ਲਾਂਘਾ ਦਿੱਤਾ ਹੈ। ਮੇਰਾ ਸੂਲਾਂ ਤੇ ਤੁਰ ਲੈਣਾ ਕੋਈ ਕਲਾ ਕਮਾਲ ਨਹੀਂ। ਔਰ ਨਿਸ਼ਚਲ ਸੀਤ ਨਿਸ਼ਬਦ ਖੜੇ ਮੈਨੂੰ ਵੀ ਪੱਥਰ ਕਰਦੇ ਨੇ।
ਨਿਸ਼ਚਲ ਸੀਤ ਨਿਸ਼ਬਦ ਖੜੇ ਮੈਨੂੰ ਵੀ ਪੱਥਰ ਕਰਦੇ ਨੇ, ਇਸ ਕਰਕੇ ਮੈਂ ਬੁੱਤਾਂ ਨੂੰ ਹੁਣ ਕਰਦਾ ਕੋਈ ਸਵਾਲ ਨਹੀਂ। ਨਿਸ਼ਚਲ ਸੀਤ ਨਿਸ਼ਬਦ ਖੜੇ ਮੈਨੂੰ ਵੀ ਪੱਥਰ ਕਰਦੇ ਨੇ, ਇਸ ਕਰਕੇ ਮੈਂ ਬੁੱਤਾਂ ਨੂੰ ਹੁਣ ਕਰਦਾ ਕੋਈ ਸਵਾਲ ਨਹੀਂ। ਉਹ ਚੀਜ਼ਾਂ ਵਸਤਾਂ ਰਿਸ਼ਤੇ ਨਾਤੇ ਤਿਲਕਣ ਪੈਦਾ ਕਰਦੇ ਨੇ। ਚੀਜ਼ਾਂ ਵਸਤਾਂ ਰਿਸ਼ਤੇ ਨਾਤੇ ਤਿਲਕਣ ਪੈਦਾ ਕਰਦੇ ਨੇ, ਡਿੱਗਣ ਤੱਕ ਇਹੀ ਲੱਗਦਾ ਹੈ ਸ਼ਾਇਦ ਬਹੁਤੀ ਢਾਲ ਨਹੀਂ। ਚੀਜ਼ਾਂ ਵਸਤਾਂ ਰਿਸ਼ਤੇ ਨਾਤੇ ਤਿਲਕਣ ਪੈਦਾ ਕਰਦੇ ਨੇ, ਡਿੱਗਣ ਤੱਕ ਇਹੀ ਲੱਗਦਾ ਹੈ ਸ਼ਾਇਦ ਬਹੁਤੀ ਢਾਲ ਨਹੀਂ। ਔਰ ਪੈੜਾਂ ਮਿੱਟੀ ਤੇ ਰਹਿ ਗਈਆਂ, ਮਿੱਟੀ ਕਣ ਕਣ ਬਿਖਰ ਗਈ। ਪੈੜਾਂ ਮਿੱਟੀ ਤੇ ਰਹਿ ਗਈਆਂ, ਮਿੱਟੀ ਕਣ ਕਣ ਬਿਖਰ ਗਈ। ਜਿਸ ਰਾਹੋਂ ਮੈਂ ਆਇਆ ਕੁਝ ਵੀ ਮੇਰੇ ਨਾਲ ਨਹੀਂ। ਔਰ ਕਦੇ ਕਦਾਈ ਕਿਤੇ ਅਚਾਨਕ ਭਰਿਆ ਬੱਦਲ ਫਟਦਾ ਹੈ। ਕਦੇ ਕਦਾਈ ਕਿਤੇ ਅਚਾਨਕ ਭਰਿਆ ਬੱਦਲ ਫਟਦਾ ਹੈ। ਦਿਲ ਦਰਿਆਵਾਂ ਦੇ ਪਾਣੀ ਵਿੱਚ ਆਉਂਦੇ ਰੋਜ਼ ਉਛਾਲ ਨਹੀਂ। ਕਦੇ ਕਦਾਈ ਕਿਤੇ ਅਚਾਨਕ ਭਰਿਆ ਬੱਦਲ ਫਟਦਾ ਹੈ। ਦਿਲ ਦਰਿਆਵਾਂ ਦੇ ਪਾਣੀ ਵਿੱਚ ਆਉਂਦੇ ਰੋਜ਼ ਉਛਾਲ ਨਹੀਂ। ਔਰ ਆਖਰ ਵਿੱਚ ਬਸ 1 2 3 4 5 ਮੇਰੇ ਖਿਆਲ ਹੋਣੀਆਂ ਚਾਹੀਦੀਆਂ ਚੀਜ਼ਾਂ, ਇਹ ਪੜ੍ਹ ਕੇ ਆਪਾਂ ਸਮਾਪਤ ਕਰਾਂਗੇ। ਆਪੇ ਹੀ ਮਿੱਟੀ ਵਿੱਚ ਸੁੱਟੇ ਤਾਰੇ ਵੇਖਣ ਵੇਲੇ, ਆਪੇ ਹੀ ਮਿੱਟੀ ਵਿੱਚ ਸੁੱਟੇ ਤਾਰੇ ਵੇਖਣ ਵੇਲੇ, ਝੁਲਸ ਗਿਆ ਮੈਂ ਸ਼ੀਸ਼ੇ 'ਚੋਂ ਅੰਗਿਆਰੇ ਵੇਖਣ ਵੇਲੇ। ਆਪੇ ਹੀ ਮਿੱਟੀ ਵਿੱਚ ਸੁੱਟੇ ਤਾਰੇ ਵੇਖਣ ਵੇਲੇ, ਝੁਲਸ ਗਿਆ ਮੈਂ ਸ਼ੀਸ਼ੇ 'ਚੋਂ ਅੰਗਿਆਰੇ ਵੇਖਣ ਵੇਲੇ। ਰਾਤਾਂ ਸਾਨੂੰ ਇੰਨੇ ਕਾਲੇ ਰਾਹੋਂ ਲੈ ਕੇ ਆਈਆਂ, ਰਾਤਾਂ ਸਾਨੂੰ ਇੰਨੇ ਕਾਲੇ ਰਾਹੋਂ ਲੈ ਕੇ ਆਈਆਂ, ਅੱਖਾਂ ਹੀ ਨਾ ਖੁੱਲ੍ਹ ਸਕੀਆਂ ਉਜਿਆਰੇ ਵੇਖਣ ਵੇਲੇ। ਰਾਤਾਂ ਸਾਨੂੰ ਇੰਨੇ ਕਾਲੇ ਰਾਹੋਂ ਲੈ ਕੇ ਆਈਆਂ, ਅੱਖਾਂ ਹੀ ਨਾ ਖੁੱਲ੍ਹ ਸਕੀਆਂ ਉਜਿਆਰੇ ਵੇਖਣ ਵੇਲੇ। ਹੋਰ ਕਿਸੇ ਥਾਂ ਪੈਂਦੀ ਧੁੱਪ ਵੀ ਦਾਗਾਂ ਵਾਲੀ ਲੱਗੀ, ਹੋਰ ਕਿਸੇ ਥਾਂ ਪੈਂਦੀ ਧੁੱਪ ਵੀ ਦਾਗਾਂ ਵਾਲੀ ਲੱਗੀ। ਸ਼ੀਸ਼ਾ ਬਦਲ ਗਿਆ ਸੀ ਆਪਣੇ ਬਾਰੇ ਵੇਖਣ ਵੇਲੇ। ਹੋਰ ਕਿਸੇ ਥਾਂ ਪੈਂਦੀ ਧੁੱਪ ਵੀ ਦਾਗਾਂ ਵਾਲੀ ਲੱਗੀ। ਸ਼ੀਸ਼ਾ ਬਦਲ ਗਿਆ ਸੀ ਆਪਣੇ ਬਾਰੇ ਵੇਖਣ ਵੇਲੇ। ਔਰ ਜਿੱਤ ਦਾ ਚੜ੍ਹਦਾ ਹੋਇਆ ਝੰਡਾ ਅੱਧ ਵਿਚਕਾਰੋਂ ਲੱਥਾ, ਜਿੱਤ ਦਾ ਚੜ੍ਹਦਾ ਹੋਇਆ ਝੰਡਾ ਅੱਧ ਵਿਚਕਾਰੋਂ ਲੱਥਾ। ਕੀ ਹੋਇਆ ਸੀ ਆਪਣੇ ਹੱਥੋਂ ਹਾਰੇ ਵੇਖਣ ਵੇਲੇ। ਜਿੱਤ ਦਾ ਚੜ੍ਹਦਾ ਹੋਇਆ ਝੰਡਾ ਅੱਧ ਵਿਚਕਾਰੋਂ ਲੱਥਾ। ਕੀ ਹੋਇਆ ਸੀ ਆਪਣੇ ਹੱਥੋਂ ਹਾਰੇ ਵੇਖਣ ਵੇਲੇ। ਕਈ ਸਦੀਆਂ ਤੋਂ ਵੇਲਾ ਕਾਲੀਆਂ ਰਾਤਾਂ ਦਾ ਰਾਹੀ ਹੈ, ਕਈ ਸਦੀਆਂ ਤੋਂ ਵੇਲਾ ਕਾਲੀਆਂ ਰਾਤਾਂ ਦਾ ਰਾਹੀ ਹੈ। ਸਾਡੀ ਸਲਤਨਤ ਵਿੱਚ ਹਨੇਰਿਆਂ ਦੀ ਬਾਦਸ਼ਾਹੀ ਹੈ। ਕਈ ਸਦੀਆਂ ਤੋਂ ਵੇਲਾ ਕਾਲੀਆਂ ਰਾਤਾਂ ਦਾ ਰਾਹੀ ਹੈ। ਸਾਡੀ ਸਲਤਨਤ ਵਿੱਚ ਹਨੇਰਿਆਂ ਦੀ ਬਾਦਸ਼ਾਹੀ ਹੈ। ਤੇਰੀ ਤਲਵਾਰ ਦੇ ਫਲ ਤੇ ਲਹੂ ਲੱਗਾ ਹੈ ਸਾਡਾ ਵੀ, ਤੇਰੀ ਤਲਵਾਰ ਦੇ ਫਲ ਤੇ ਲਹੂ ਲੱਗਾ ਹੈ ਸਾਡਾ ਵੀ। ਤੇਰੀ ਆਤਮ ਕਥਾ ਵਿੱਚ ਮੇਰਿਆਂ ਦੀ ਵੀ ਗਵਾਹੀ ਹੈ। ਤੇਰੀ ਤਲਵਾਰ ਦੇ ਫਲ ਤੇ ਲਹੂ ਲੱਗਾ ਹੈ ਸਾਡਾ ਵੀ। ਤੇਰੀ ਆਤਮ ਕਥਾ ਵਿੱਚ ਮੇਰਿਆਂ ਦੀ ਵੀ ਗਵਾਹੀ ਹੈ। ਜ਼ਰਾ ਰਸਤਾ ਤਾਂ ਦੇ ਖੁੱਲ੍ਹਣ ਦੇ ਆਪਣੇ ਆਪ ਦਾ ਬੂਹਾ, ਜ਼ਰਾ ਰਸਤਾ ਤਾਂ ਦੇ ਖੁੱਲ੍ਹਣ ਦੇ ਆਪਣੇ ਆਪ ਦਾ ਬੂਹਾ। ਤੇਰੇ ਤੱਕ ਆਉਂਦਿਆਂ ਮੈਂ ਵੀ ਤਾਂ ਉੱਚੀ ਕੰਧ ਢਾਹੀ ਹੈ। ਜ਼ਰਾ ਰਸਤਾ ਤਾਂ ਦੇ ਖੁੱਲ੍ਹਣ ਦੇ ਆਪਣੇ ਆਪ ਦਾ ਬੂਹਾ। ਤੇਰੇ ਤੱਕ ਆਉਂਦਿਆਂ ਮੈਂ ਵੀ ਤਾਂ ਉੱਚੀ ਕੰਧ ਢਾਹੀ ਹੈ। ਅਜੇ ਵੀ ਹੱਥ 'ਚੋਂ ਪਰ ਉਸ ਦੇ ਪਰਚਮ ਨਹੀਂ ਡਿੱਗਿਆ, ਅਜੇ ਵੀ ਹੱਥ 'ਚੋਂ ਪਰ ਉਸ ਦੇ ਪਰਚਮ ਨਹੀਂ ਡਿੱਗਿਆ। ਮੇਰੇ ਅੰਦਰ ਕਈ ਯੁੱਧਾਂ 'ਚ ਹਰ ਚੁੱਕਾ ਸਿਪਾਹੀ ਹੈ। ਅਜੇ ਵੀ ਹੱਥ 'ਚੋਂ ਪਰ ਉਸ ਦੇ ਪਰਚਮ ਨਹੀਂ ਡਿੱਗਿਆ। ਮੇਰੇ ਅੰਦਰ ਕਈ ਯੁੱਧਾਂ 'ਚ ਹਰ ਚੁੱਕਾ ਸਿਪਾਹੀ ਹੈ। ਮੇਰਾ ਲਿਖਿਆ ਕਿਤੇ ਅੱਖਰ ਨਹੀਂ ਹੁੰਦਾ ਪੜ੍ਹੋਗੇ ਕੀ, ਮੇਰਾ ਲਿਖਿਆ ਕਿਤੇ ਅੱਖਰ ਨਹੀਂ ਹੁੰਦਾ ਪੜ੍ਹੋਗੇ ਕੀ। ਸਫ਼ੇ ਨੇ ਕਲਪਨਾ ਦੇ ਸੁਪਨਿਆਂ ਰੰਗੀ ਸਿਆਹੀ ਹੈ।
मेरा लिखिया किते अखर नहीं हुंदा पढ़ोगे की, सफ़े ने कल्पना दे सुपनियां रंगी स्याही है। और एक होर गज़ल, शहीदी दे के ऐसी खुद नूं भी हैरान करदा हाँ, शहीदी दे के ऐसी खुद नूं भी हैरान करदा हाँ, मैं अपने सीस नूं सिर वास्ते कुर्बान करदा हाँ। शहीदी दे के ऐसी खुद नूं भी हैरान करदा हाँ, मैं अपने सीस नूं सिर वास्ते कुर्बान करदा हाँ। और ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ, ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ, ਲਹੂ ਨੂੰ ਵੇਚ ਕੇ ਪਾਣੀ ਅਜੇ ਪ੍ਰਵਾਨ ਕਰਦਾ ਹਾਂ। ਵਪਾਰੀ ਹੋਣ ਦਾ ਔਖਾ ਹੁਨਰ ਆਇਆ ਨਹੀਂ ਮੈਨੂੰ, ਲਹੂ ਨੂੰ ਵੇਚ ਕੇ ਪਾਣੀ ਅਜੇ ਪ੍ਰਵਾਨ ਕਰਦਾ ਹਾਂ। ਔਰ ਇੱਕ ਸ਼ੇਰ ਡਾਕਟਰ ਸਾਹਿਬ ਵਿੱਚ ਕਿ ਬੁਝਾ ਕੇ ਆਤਮਾ ਦੀ ਲੋ ਝੁਕਾ ਲੈਂਦਾ ਹਾਂ ਨਜ਼ਰਾਂ ਵੀ, ਬੁਝਾ ਕੇ ਆਤਮਾ ਦੀ ਲੋ ਝੁਕਾ ਲੈਂਦਾ ਹਾਂ ਨਜ਼ਰਾਂ ਵੀ, ਮੈਂ ਰਾਤੀ ਤਾਰਿਆਂ ਦਾ ਟੁੱਟਣਾ ਆਸਾਨ ਕਰਦਾ ਹਾਂ। ਬੁਝਾ ਕੇ ਆਤਮਾ ਦੀ ਲੋ ਝੁਕਾ ਲੈਂਦਾ ਹਾਂ ਨਜ਼ਰਾਂ ਵੀ, ਮੈਂ ਰਾਤੀ ਤਾਰਿਆਂ ਦਾ ਟੁੱਟਣਾ ਆਸਾਨ ਕਰਦਾ ਹਾਂ। ਔਰ ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ ਕੋਈ ਤੋੜੇ ਦੀਵਾਰਾਂ, ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ ਕੋਈ ਤੋੜੇ ਦੀਵਾਰਾਂ, ਮੈਂ ਖੁਦ ਨੂੰ ਲੱਭਦਿਆਂ ਆਪਣਾ ਬੜਾ ਨੁਕਸਾਨ ਕਰਦਾ ਹਾਂ। ਜਿਵੇਂ ਸ਼ੀਸ਼ੇ ਦੇ ਹੱਥਾਂ ਨਾਲ ਕੋਈ ਤੋੜੇ ਦੀਵਾਰਾਂ, ਮੈਂ ਖੁਦ ਨੂੰ ਲੱਭਦਿਆਂ ਆਪਣਾ ਬੜਾ ਨੁਕਸਾਨ ਕਰਦਾ ਹਾਂ। ਮੇਰੀ ਹਉਮੈ ਨੇ ਕਿਸ ਥਾਂ ਤੇ ਲਿਆ ਮੈਨੂੰ ਖੜਾ ਕੀਤਾ, ਮੇਰੀ ਹਉਮੈ ਨੇ ਕਿਸ ਥਾਂ ਤੇ ਲਿਆ ਮੈਨੂੰ ਖੜਾ ਕੀਤਾ, ਕਿ ਪੈਰਾਂ ਹੇਠਲੀ ਮਿੱਟੀ ਤੇ ਵੀ ਅਹਿਸਾਨ ਕਰਦਾ ਹਾਂ। ਮੇਰੀ ਹਉਮੈ ਨੇ ਕਿਸ ਥਾਂ ਤੇ ਲਿਆ ਮੈਨੂੰ ਖੜਾ ਕੀਤਾ, ਕਿ ਪੈਰਾਂ ਹੇਠਲੀ ਮਿੱਟੀ ਤੇ ਵੀ ਅਹਿਸਾਨ ਕਰਦਾ ਹਾਂ। ਔਰ ਇਹਦਾ ਆਖਰ ਵਾਲਾ ਸ਼ੇਰ ਸਭ ਨਵੇਂ ਲੋਕਾਂ ਲਈ ਕਿ ਜਿਨ੍ਹਾਂ ਸਮਿਆਂ 'ਚ ਮੈਂ ਜ਼ਿੰਦਾ ਹਾਂ ਕੀ ਬਚਿਆ ਹੈ ਵੇਖਣ ਨੂੰ, ਜਿਨ੍ਹਾਂ ਸਮਿਆਂ 'ਚ ਮੈਂ ਜ਼ਿੰਦਾ ਹਾਂ ਕੀ ਬਚਿਆ ਹੈ ਵੇਖਣ ਨੂੰ, ਸੋ ਅਗਲੀ ਨਸਲ ਨੂੰ ਮੈਂ ਦੋਵੇਂ ਅੱਖਾਂ ਦਾਨ ਕਰਦਾ ਹਾਂ। ਜਿਨ੍ਹਾਂ ਸਮਿਆਂ 'ਚ ਮੈਂ ਜ਼ਿੰਦਾ ਹਾਂ ਕੀ ਬਚਿਆ ਹੈ ਵੇਖਣ ਨੂੰ, ਸੋ ਅਗਲੀ ਨਸਲ ਨੂੰ ਮੈਂ ਦੋਵੇਂ ਅੱਖਾਂ ਦਾਨ ਕਰਦਾ ਹਾਂ। ਔਰ ਆਖਰ ਵਿੱਚ ਬਸ ਦੋ ਗਜ਼ਲਾਂ, ਇੱਕ ਨਵੀਂ ਗਜ਼ਲ, ਇੱਕ ਜ਼ਰਾ ਪੁਰਾਣੀ, ਕਿ ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ, ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ, ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ। ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ, ਕੀ ਹੈ ਜੇ ਮੇਰੇ ਪੈਰ ਵੀ ਥਾਂ ਸਿਰ ਨਹੀਂ ਰਹੇ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ, ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ, ਇੱਕ ਥਾਂ ਤੇ ਆਪਾਂ ਵੀ ਤਾਂ ਬਹੁਤ ਚਿਰ ਨਹੀਂ ਰਹੇ। ਰੁੱਤਾਂ ਬਦਲਦੇ ਦੇਖ ਕੇ ਕਾਹਤੋਂ ਉਦਾਸ ਹਾਂ, ਇੱਕ ਥਾਂ ਤੇ ਆਪਾਂ ਵੀ ਤਾਂ ਬਹੁਤ ਚਿਰ ਨਹੀਂ ਰਹੇ। ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ, ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ, ਦੀਵੇ ਹੀ ਜਗਣ ਵਾਲਿਆਂ ਦੀ ਧਿਰ ਨਹੀਂ ਰਹੇ। ਕੁਝ ਇਸ ਕਰਕੇ ਵੀ ਤਾਂ ਹਨੇਰੇ ਨੇ ਸੰਘਣੇ, ਦੀਵੇ ਹੀ ਜਗਣ ਵਾਲਿਆਂ ਦੀ ਧਿਰ ਨਹੀਂ ਰਹੇ। ਔਰ ਧਰਤੀ 'ਚ ਗਲੀਆਂ ਕਰਦਿਆਂ ਦੇ ਘੁੰਡ ਮੁੜ ਗਏ। ਜਿਹੜੇ ਨਵੇਂ ਬੱਚੇ ਸ਼ਾਇਦ ਘੁੰਡ ਦਾ ਮਤਲਬ ਹੱਥ ਹੁੰਦਾ ਤੁਹਾਡੇ, ਹੈ ਨਾ। ਧਰਤੀ 'ਚ ਗਲੀਆਂ ਕਰਦਿਆਂ ਦੇ ਘੁੰਡ ਮੁੜ ਗਏ, ਅੰਬਰ ਨੂੰ ਟਾਕੀ ਲਾਉਂਦਿਆਂ ਦੇ ਸਿਰ ਨਹੀਂ ਰਹੇ। ਧਰਤੀ 'ਚ ਗਲੀਆਂ ਕਰਦਿਆਂ ਦੇ ਘੁੰਡ ਮੁੜ ਗਏ, ਅੰਬਰ ਨੂੰ ਟਾਕੀ ਲਾਉਂਦਿਆਂ ਦੇ ਸਿਰ ਨਹੀਂ ਰਹੇ। ਜਦ ਭਰਮ ਸਭ ਹਕੀਕਤਾਂ ਹੀ ਥਿਰ ਨਹੀਂ ਰਹੇ, ਕੀ ਹੈ ਜੇ ਸਾਡੇ ਪੈਰ ਵੀ ਥਾਂ ਸਿਰ ਨਹੀਂ ਰਹੇ। ਔਰ ਆਖਰ ਦੇ ਵਿੱਚ ਇੱਕ ਗਜ਼ਲ ਤੁਹਾਡੇ ਸਭ ਦੇ ਸਤਿਕਾਰ ਵਿੱਚ ਮੈਂ ਪੜ੍ਹਦਾ ਕਿ ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ, ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਉਹ ਦਿਸ਼ਾ ਦਿੰਦੇ ਨੇ
ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਦਿਸ਼ਾ ਦਿੰਦੇ ਨੇ ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਸਫ਼ਰ ਕਿੰਨਾ ਦਿਸ਼ਾਵਾਂ ਦੇ ਇਸ਼ਾਰੇ ਤੋਂ ਪਰਾਂ ਵੀ ਹੈ। ਦਿਸ਼ਾ ਦਿੰਦੇ ਨੇ ਰਸਤਾ ਦੱਸਦੇ ਨੇ ਮੀਲ ਪੱਥਰ ਪਰ, ਸਫ਼ਰ ਕਿੰਨਾ ਦਿਸ਼ਾਵਾਂ ਦੇ ਇਸ਼ਾਰੇ ਤੋਂ ਪਰਾਂ ਵੀ ਹੈ। ਅਸੀਂ ਆਵਾਜ਼ ਨੂੰ ਫੜ ਕੇ ਹੀ ਸਭ ਰਮਜ਼ਾਂ ਸਮਝਦੇ ਹਾਂ, ਅਸੀਂ ਆਵਾਜ਼ ਨੂੰ ਫੜ ਕੇ ਹੀ ਸਭ ਰਮਜ਼ਾਂ ਸਮਝਦੇ ਹਾਂ। ਬੜਾ ਕੁਝ ਬੋਲ ਤੋਂ ਪਹਿਲਾਂ ਬੁਲਾਰੇ ਤੋਂ ਪਰਾਂ ਵੀ ਹੈ। ਅਸੀਂ ਆਵਾਜ਼ ਨੂੰ ਫੜ ਕੇ ਹੀ ਸਭ ਰਮਜ਼ਾਂ ਸਮਝਦੇ ਹਾਂ। ਬੜਾ ਕੁਝ ਬੋਲ ਤੋਂ ਪਹਿਲਾਂ ਬੁਲਾਰੇ ਤੋਂ ਪਰਾਂ ਵੀ ਹੈ। ਔਰ ਥਲਾਂ ਦੀ ਰੇਤ ਵੀ ਉਸ ਦਾ ਉਛਾਲਾ ਲੋਚਦੀ ਰਹਿੰਦੀ, ਥਲਾਂ ਦੀ ਰੇਤ ਵੀ ਉਸ ਦਾ ਉਛਾਲਾ ਲੋਚਦੀ ਰਹਿੰਦੀ। ਨਦੀ ਦਾ ਦੇਸ ਤਾਂ ਉਸ ਦੇ ਕਿਨਾਰੇ ਤੋਂ ਪਰਾਂ ਵੀ ਹੈ। ਥਲਾਂ ਦੀ ਰੇਤ ਵੀ ਉਸ ਦਾ ਉਛਾਲਾ ਲੋਚਦੀ ਰਹਿੰਦੀ। ਨਦੀ ਦਾ ਦੇਸ ਤਾਂ ਉਸ ਦੇ ਕਿਨਾਰੇ ਤੋਂ ਪਰਾਂ ਵੀ ਹੈ। ਔਰ ਆਖਰ ਵਿੱਚ ਕਿ ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ, ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ। ਕਿਵੇਂ ਦੱਸਾਂ ਕਿ ਮਸਤੀ ਤਾਂ ਹੁਲਾਰੇ ਤੋਂ ਪਰਾਂ ਵੀ ਹੈ। ਕਿਸੇ ਦੀ ਪੀਂਘ ਤੋਂ ਲੈ ਕੇ ਵੀ ਮੇਰੀ ਲੈ ਨਹੀਂ ਮੁੱਕੀ। ਕਿਵੇਂ ਦੱਸਾਂ ਕਿ ਮਸਤੀ ਤਾਂ ਹੁਲਾਰੇ ਤੋਂ ਪਰਾਂ ਵੀ ਹੈ। ਮੇਰਾ ਹੋਣਾ ਮੇਰੀ ਮੈਂ ਦੇ ਖਿਲਾਰੇ ਤੋਂ ਪਰਾਂ ਵੀ ਹੈ। ਜਿਵੇਂ ਦੁਨੀਆ ਕੋਈ ਦਿਸਦੇ ਪਸਾਰੇ ਤੋਂ ਪਰਾਂ ਵੀ ਹੈ। ਬਹੁਤ ਸ਼ੁਕਰੀਆ ਜੀ।